ਮੇਰੇ ਪਿਆਰੇ ਦੇਸ਼ਵਾਸੀਓ, ਆਮ ਤੌਰ 'ਤੇ ਮਨ ਕੀ ਬਾਤ ਵਿੱਚ ਮੈਂ ਕਈ ਵਿਸ਼ਿਆਂ ਨੂੰ ਲੈ ਕੇ ਆਉਂਦਾ, ਲੇਕਿਨ ਅੱਜ ਦੇਸ਼ ਅਤੇ ਦੁਨੀਆ ਦੇ ਮਨ ਵਿੱਚ ਕੇਵਲ ਤੇ ਕੇਵਲ ਇੱਕ ਹੀ ਗੱਲ ਹੈ। ਕੋਰੋਨਾ ਵੈਸ਼ਵਿਕ ਮਹਾਮਾਰੀ ਤੋਂ ਆਇਆ ਹੋਇਆ ਇਹ ਭਿਅੰਕਰ ਸੰਕਟ। ਅਜਿਹੇ ਵਿੱਚ ਮੈਂ ਹੋਰ ਕੁਝ ਗੱਲਾਂ ਕਰਾਂ, ਉਹ ਉਚਿਤ ਨਹੀਂ ਹੋਏਗਾ। ਪਰੰਤੂ ਸਭ ਤੋਂ ਪਹਿਲਾਂ ਮੈਂ ਸਾਰੇ ਦੇਸ਼ਵਾਸੀਆਂ ਤੋਂ ਖਿਮਾ ਮੰਗਦਾ ਅਤੇ ਮੇਰੀ ਆਤਮਾ ਕਹਿੰਦੀ ਹੈ ਕਿ ਤੁਸੀਂ ਮੈਨੂੰ ਜ਼ਰੂਰ ਮੁਆਫ਼ ਕਰੋਗੇ, ਕਿਉਂਕਿ ਕੁਝ ਅਜਿਹੇ ਫੈਸਲੇ ਲੈਣੇ ਪਏ ਨੇ ਜਿਸ ਦੀ ਵਜ੍ਹਾ ਕਰਕੇ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਸਹਿਣੀਆਂ ਪੈ ਰਹੀਆਂ ਨੇ। ਖ਼ਾਸ ਤੌਰ 'ਤੇ ਮੇਰੇ ਗਰੀਬ ਭਾਈ-ਭੈਣਾਂ ਨੂੰ ਦੇਖਦਾ ਅਤੇ ਜ਼ਰੂਰ ਲੱਗਦਾ ਹੈ ਕਿ ਉਨ੍ਹਾਂ ਨੂੰ ਲੱਗਦਾ ਹੋਵੇਗਾ, ਕਿਹੋ ਜਿਹਾ ਪ੍ਰਧਾਨ ਮੰਤਰੀ ਹੈ, ਸਾਨੂੰ ਇਸ ਮੁਸੀਬਤ ਵਿੱਚ ਪਾ ਦਿੱਤਾ। ਉਨ੍ਹਾਂ ਤੋਂ ਵੀ ਮੈਂ ਖ਼ਾਸ ਤੌਰ 'ਤੇ ਖਿਮਾ ਮੰਗਦਾ। ਹੋ ਸਕਦਾ ਹੈ ਬਹੁਤ ਸਾਰੇ ਲੋਕ ਮੇਰੇ ਨਾਲ ਨਾਰਾਜ਼ ਵੀ ਹੋਣ ਕਿ ਅਜਿਹਾ ਕਿਸ ਤਰ੍ਹਾਂ, ਸਭ ਨੂੰ ਘਰ ਵਿੱਚ ਬੰਦ ਕਰਕੇ ਰੱਖਿਆ। ਮੈਂ ਤੁਹਾਡੀਆਂ ਦਿੱਕਤਾਂ ਸਮਝਦਾ, ਤੁਹਾਡੀ ਪਰੇਸ਼ਾਨੀ ਵੀ ਸਮਝਦਾ, ਲੇਕਿਨ ਭਾਰਤ ਵਰਗੇ 130 ਕਰੋੜ ਦੀ ਆਬਾਦੀ ਵਾਲੇ ਦੇਸ਼ ਨੂੰ ਕੋਰੋਨਾ ਦੇ ਖਿਲਾਫ ਲੜਾਈ ਦੇ ਲਈ ਇੱਕ ਕਦਮ ਚੁੱਕੇ ਬਿਨਾਂ ਕੋਈ ਰਸਤਾ ਨਹੀਂ ਸੀ। ਕੋਰੋਨਾ ਦੇ ਖਿਲਾਫ ਲੜਾਈ ਜੀਵਨ ਅਤੇ ਮੌਤ ਦੇ ਦਰਮਿਆਨ ਲੜਾਈ ਹੈ। ਇਸ ਲੜਾਈ ਵਿੱਚ ਅਸੀਂ ਜਿੱਤਣਾ ਹੈ ਅਤੇ ਇਸ ਲਈ ਇਹ ਕਠੋਰ ਕਦਮ ਚੁੱਕਣੇ ਬਹੁਤ ਲਾਜ਼ਮੀ ਸਨ। ਕਿਸੇ ਦਾ ਮਨ ਨਹੀਂ ਕਰਦਾ ਅਜਿਹੇ ਕਦਮਾਂ ਦੇ ਲਈ, ਲੇਕਿਨ ਦੁਨੀਆ ਦੇ ਹਾਲਾਤ ਦੇਖਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹੀ ਇੱਕ ਰਸਤਾ ਬਚਿਆ ਹੈ। ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ ਸੁਰੱਖਿਅਤ ਰੱਖਣਾ ਹੈ। ਮੈਂ ਫਿਰ ਇੱਕ ਵਾਰ ਤੁਹਾਨੂੰ ਜੋ ਅਸੁਵਿਧਾ ਹੋਈ ਹੈ, ਕਠਿਨਾਈ ਹੋਈ ਹੈ, ਉਸ ਦੇ ਲਈ ਖਿਮਾ ਮੰਗਦਾ। ਸਾਥੀਓ, ਸਾਡੇ ਇੱਥੇ ਕਿਹਾ ਗਿਆ ਹੈ, ਏਵੰ ਏਵੰ ਵਿਕਾਰਾ ਅਪੀ ਤਰੁਨਹਾ ਸਾਧਯਤੇ ਸੁਖੰ, ਯਾਨੀ ਬਿਮਾਰੀ ਅਤੇ ਉਸ ਦੇ ਪ੍ਰਕੋਪ ਨਾਲ ਸ਼ੁਰੂਆਤ ਤੋਂ ਹੀ ਨਿਪਟਣਾ ਚਾਹੀਦਾ ਹੈ। ਬਾਅਦ ਵਿੱਚ ਰੋਗ ਲਾ-ਇਲਾਜ ਹੋ ਜਾਂਦੇ ਨੇ, ਫਿਰ ਇਲਾਜ ਵੀ ਮੁਸ਼ਕਿਲ ਹੋ ਜਾਂਦਾ ਹੈ ਅਤੇ ਅੱਜ ਪੂਰਾ ਹਿੰਦੁਸਤਾਨ, ਹਰ ਹਿੰਦੁਸਤਾਨੀ ਇਹੀ ਕਰ ਰਿਹਾ ਹੈ। ਭਰਾਵੋ, ਭੈਣੋ, ਮਾਤਾਓ, ਬਜ਼ੁਰਗੋ, ਕੋਰੋਨਾ ਵਾਇਰਸ ਨੇ ਦੁਨੀਆ ਨੂੰ ਕੈਦ ਕਰ ਦਿੱਤਾ ਹੈ। ਇਹ ਗਿਆਨ-ਵਿਗਿਆਨ, ਗਰੀਬ-ਅਮੀਰ, ਕਮਜ਼ੋਰ-ਤਾਕਤਵਰ, ਹਰ ਕਿਸੇ ਨੂੰ ਚੁਣੌਤੀ ਦੇ ਰਿਹਾ ਹੈ। ਇਹ ਨਾ ਤਾਂ ਰਾਸ਼ਟਰ ਦੀਆਂ ਸੀਮਾਵਾਂ ਵਿੱਚ ਬੰਨ੍ਹਿਆ ਹੋਇਆ ਹੈ ਅਤੇ ਨਾ ਹੀ ਇਹ ਕੋਈ ਖੇਤਰ ਦੇਖਦਾ ਹੈ ਅਤੇ ਨਾ ਹੀ ਮੌਸਮ। ਇਹ ਵਾਇਰਸ ਇਨਸਾਨ ਨੂੰ ਮਾਰਨ ਉੱਤੇ ਅਤੇ ਸਮਾਪਤ ਕਰਨ ਦੀ ਜ਼ਿੱਦ ਕਰੀ ਬੈਠਾ ਹੈ ਅਤੇ ਇਸ ਲਈ ਸਾਰੇ ਲੋਕਾਂ ਨੂੰ, ਪੂਰੀ ਮਾਨਵ ਜਾਤੀ ਨੂੰ ਇਸ ਵਾਇਰਸ ਨੂੰ ਖ਼ਤਮ ਕਰਨ ਲਈ ਇਕਜੁੱਟ ਹੋ ਕੇ ਸੰਕਲਪ ਲੈਣਾ ਹੀ ਹੋਏਗਾ। ਕੁਝ ਲੋਕਾਂ ਨੂੰ ਲੱਗਦਾ ਹੈ ਕਿ ਉਹ ਲਾਕਡਾਊਨ ਦਾ ਪਾਲਣ ਕਰ ਰਹੇ ਨੇ ਅਤੇ ਅਜਿਹਾ ਕਰਕੇ ਜਿਵੇਂ ਉਹ ਦੂਸਰਿਆਂ ਦੀ ਮਦਦ ਕਰ ਰਹੇ ਨੇ। ਉਹ ਭਾਈ, ਇਹ ਭੁਲੇਖਾ ਪਾਲਣਾ ਸਹੀ ਨਹੀਂ ਹੈ। ਇਹ ਲਾਕਡਾਊਨ ਆਪਣੇ ਖੁਦ ਦੇ ਬਚਣ ਲਈ ਹੈ। ਤੁਸੀਂ ਆਪਣੇ ਆਪ ਨੂੰ ਬਚਾਉਣਾ ਹੈ, ਆਪਣੇ ਪਰਿਵਾਰ ਨੂੰ ਬਚਾਉਣਾ ਹੈ। ਅਜੇ ਤੁਹਾਨੂੰ ਆਉਣ ਵਾਲੇ ਕਈ ਦਿਨਾਂ ਤੱਕ ਇਸੇ ਤਰ੍ਹਾਂ ਹੌਸਲਾ ਦਿਖਾਉਣਾ ਹੀ ਹੈ। ਲਕਸ਼ਮਣ ਰੇਖਾ ਦਾ ਪਾਲਣ ਕਰਨਾ ਹੀ ਹੈ। ਸਾਥੀਓ, ਮੈਂ ਵੀ ਜਾਣਦਾ ਕਿ ਕੋਈ ਕਾਨੂੰਨ ਤੋੜਨਾ ਨਹੀਂ ਚਾਹੁੰਦਾ, ਨਿਯਮ ਤੋੜਨਾ ਨਹੀਂ ਚਾਹੁੰਦਾ, ਲੇਕਿਨ ਕੁਝ ਲੋਕ ਅਜਿਹਾ ਕਰ ਰਹੇ ਨੇ ਕਿਉਂਕਿ ਅਜੇ ਵੀ ਉਸ ਸਥਿਤੀ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ। ਅਜਿਹੇ ਲੋਕਾਂ ਨੂੰ ਇਹੀ ਕਹਾਂਗਾ ਕਿ ਲਾਕਡਾਊਨ ਦਾ ਨਿਯਮ ਤੋੜੋਗੇ ਤਾਂ ਕੋਰੋਨਾ ਵਾਇਰਸ ਤੋਂ ਬਚਣਾ ਮੁਸ਼ਕਿਲ ਹੋ ਜਾਏਗਾ। ਦੁਨੀਆ ਭਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੁਝ ਅਜਿਹੀ ਹੀ ਖੁਸ਼ਫਹਿਮੀ ਸੀ। ਅੱਜ ਇਹ ਸਾਰੇ ਪਛਤਾ ਰਹੇ ਨੇ। ਸਾਥੀਓ, ਸਾਡੇ ਇੱਥੇ ਕਿਹਾ ਗਿਆ ਹੈ, ਆਰੋਗਯਮ ਪਰਮ ਭਾਗਯਮ ਸਵਾਸਥਯਮ ਸਰਵਾਰਥ ਸਾਧਨਮ, ਯਾਨੀ ਅਰੋਗ ਹੋਣਾ ਹੀ ਸਭ ਤੋਂ ਵੱਡਾ ਭਾਗ ਹੈ। ਦੁਨੀਆ ਵਿੱਚ ਸਾਰੇ ਸੁੱਖਾਂ ਦਾ ਸਾਧਨ ਸਿਹਤ ਹੀ ਹੈ। ਅਜਿਹੇ ਵਿੱਚ ਨਿਯਮ ਤੋੜਨ ਵਾਲੇ ਆਪਣੇ ਜੀਵਨ ਦੇ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੇ ਨੇ। ਸਾਥੀਓ, ਇਸ ਲੜਾਈ ਦੇ ਅਨੇਕਾਂ ਯੋਧੇ ਅਜਿਹੇ ਨੇ ਜੋ ਘਰਾਂ ਵਿੱਚ ਨਹੀਂ, ਘਰਾਂ ਤੋਂ ਬਾਹਰ ਰਹਿ ਕੇ ਕੋਰੋਨਾ ਵਾਇਰਸ ਦਾ ਮੁਕਾਬਲਾ ਕਰ ਰਹੇ ਨੇ। ਜੋ ਸਾਡੇ ਫਰੰਟ ਲਾਈਨ ਸੋਲਜੀਅਰਜ਼ ਨੇ, ਖ਼ਾਸ ਤੌਰ 'ਤੇ ਸਾਡੀਆਂ ਨਰਸ ਭੈਣਾਂ, ਨਰਸਾਂ ਦਾ ਕੰਮ ਕਰਨ ਵਾਲੇ ਭਰਾ ਨੇ, ਡਾਕਟਰ ਨੇ, ਪੈਰਾਮੈਡੀਕਲ ਸਟਾਫ ਹੈ, ਅਜਿਹੇ ਸਾਥੀ ਜੋ ਕੋਰੋਨਾ ਨੂੰ ਹਰਾ ਚੁੱਕੇ ਨੇ। ਅੱਜ ਅਸੀਂ ਉਨ੍ਹਾਂ ਤੋਂ ਪ੍ਰੇਰਣਾ ਲੈਣੀ ਹੈ। ਬੀਤੇ ਦਿਨਾਂ ਵਿੱਚ ਮੈਂ ਅਜਿਹੇ ਕੁਝ ਲੋਕਾਂ ਨਾਲ ਫ਼ੋਨ 'ਤੇ ਗੱਲ ਕੀਤੀ ਹੈ। ਉਨ੍ਹਾਂ ਦਾ ਉਤਸ਼ਾਹ ਵੀ ਵਧਾਇਆ ਹੈ ਅਤੇ ਉਨ੍ਹਾਂ ਨਾਲ ਗੱਲਾਂ ਕਰਕੇ ਮੇਰਾ ਵੀ ਉਤਸ਼ਾਹ ਵਧਿਆ ਹੈ। ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਹੈ। ਮੇਰਾ ਬਹੁਤ ਮਨ ਸੀ। ਇਸ ਲਈ ਇਸ ਵਾਰ ਮਨ ਕੀ ਬਾਤ ਵਿੱਚ ਅਜਿਹੇ ਕੁਝ ਸਾਥੀਆਂ ਦੇ ਅਨੁਭਵ, ਉਨ੍ਹਾਂ ਨਾਲ ਹੋਈ ਗੱਲਬਾਤ, ਉਨ੍ਹਾਂ ਦੀਆਂ ਕੁਝ ਗੱਲਾਂ
ਤੁਹਾਡੇ ਨਾਲ ਸਾਂਝੀਆਂ ਕਰਾਂ। ਸਭ ਤੋਂ ਪਹਿਲਾਂ ਸਾਡੇ ਨਾਲ ਜੁੜਨਗੇ ਸ਼੍ਰੀ ਰਾਮ ਗੰਪਾ ਤੇਜਾ ਜੀ। ਵੈਸੇ ਤਾਂ ਉਹ ਆਈਟੀ ਪ੍ਰੋਫੈਸ਼ਨਲ ਨੇ। ਆਓ ਇਹਨਾਂ ਦੇ ਅਨੁਭਵ ਸੁਣਦੇ ਹਾਂ। ਯੈਸ ਰਾਮ। ਨਮਸਤੇ ਜੀ। ਹਾਂ ਰਾਮ, ਨਮਸਤੇ। ਨਮਸਤੇ ਨਮਸਤੇ। ਮੈਂ ਸੁਣਿਆ ਹੈ ਕਿ ਤੁਸੀਂ ਕੋਰੋਨਾ ਵਾਇਰਸ ਦੇ ਇਸ ਗੰਭੀਰ ਸੰਕਟ ਤੋਂ ਬਾਹਰ ਨਿਕਲੇ ਹੋ। ਹਾਂਜੀ। ਜ਼ਰੂਰ, ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹੁੰਦਾ। ਤੁਸੀਂ ਦੱਸੋ, ਇਸ ਸਾਰੇ ਸੰਕਟ ਵਿੱਚੋਂ ਨਿਕਲੇ ਹੋ ਅਤੇ ਤੁਹਾਡਾ ਅਨੁਭਵ ਮੈਂ ਸੁਣਨਾ ਚਾਹੁੰਦਾ। ਮੈਂ ਆਈਟੀ ਸੈਕਟਰ ਦਾ EMPLOYE ਹਾਂ। ਕੰਮ ਦੀ ਵਜ੍ਹਾ ਨਾਲ ਦੁਬਈ ਗਿਆ ਸੀ ਮੈਂ ਮੀਟਿੰਗਸ ਦੇ ਲਈ। ਉੱਥੇ ਜਾਣੇ ਅਣਜਾਣੇ ਅਜਿਹਾ ਹੋ ਗਿਆ ਸੀ। ਵਾਪਸ ਆਉਂਦੇ ਹੀ ਫੀਵਰ ਉਹ ਸਭ ਚਾਲੂ ਹੋ ਗਿਆ ਸੀ ਜੀ। ਤਾਂ 5-6 ਦਿਨ ਬਾਅਦ ਡਾਕਟਰਾਂ ਨੇ ਕੋਰੋਨਾ ਵਾਇਰਸ ਦਾ ਟੈਸਟ ਕੀਤਾ ਅਤੇ ਤਾਂ ਪੋਜ਼ੀਟਿਵ ਆ ਗਿਆ ਸੀ। ਹੁਣ ਗਾਂਧੀ ਹੌਸਪੀਟਲ, ਗਵਰਨਮੈਂਟ ਹੌਸਪੀਟਲ ਹੈਦਰਾਬਾਦ ਵਿੱਚ ਐਡਮਿਟ ਕੀਤਾ ਸੀ ਮੈਨੂੰ, ਅਤੇ ਉਸ ਤੋਂ ਬਾਅਦ 14 ਦਿਨ ਦੇ ਬਾਅਦ ਠੀਕ ਹੋ ਗਿਆ ਸੀ ਮੈਂ, ਅਤੇ ਡਿਸਚਾਰਜ ਹੋ ਗਿਆ ਸੀ। ਤਾਂ ਥੋੜ੍ਹਾ ਡਰਾਉਣਾ ਸੀ ਇਹ ਸਭ। ਯਾਨੀ ਜਦੋਂ ਤੁਹਾਨੂੰ ਸੰਕਰਮਣ ਦਾ ਪਤਾ ਲੱਗਾ, ਹਾਂ, ਅਤੇ ਇਹ ਉਸ ਤੋਂ ਪਹਿਲਾਂ ਪਤਾ ਹੋਏਗਾ ਕਿ ਇਹ ਵਾਇਰਸ ਬਹੁਤ ਡਰਾਉਣਾ, ਤਕਲੀਫ ਵਾਲਾ ਲੱਗ ਰਿਹਾ ਹੋਏਗਾ ਸਾਰਾ ਕੁਝ। ਹਾਂ। ਤਾਂ ਜਦ ਤੁਹਾਡੇ ਨਾਲ ਹੋਇਆ ਤਾਂ ਤੁਹਾਨੂੰ ਕੀ ਇੱਕਦਮ ਤੋਂ ਇਮੀਡੀਏਟ ਕੀ ਰਿਸਪੌਂਸ ਸੀ ਤੁਹਾਡਾ? ਪਹਿਲਾਂ ਤਾਂ ਬਹੁਤ ਡਰ ਗਿਆ ਸੀ ਅਤੇ ਬਿਲੀਵ ਵੀ ਨਹੀਂ ਕਰ ਰਿਹਾ ਸੀ ਕਿ ਮੈਂ ਅਜਿਹਾ ਕਿਵੇਂ ਹੋਇਆ, ਕਿਉਂਕਿ ਇੰਡੀਆ ਵਿੱਚ ਕਿਸੇ ਨੂੰ 2-3 ਲੋਕਾਂ ਨੂੰ ਆਇਆ ਸੀ ਤਾਂ ਕੁਝ ਨਹੀਂ ਸੀ ਪਤਾ ਉਸ ਦੇ ਬਾਰੇ 'ਚ। ਹੌਸਪੀਟਲ 'ਚ ਜਦ ਐਡਮਿਟ ਕੀਤਾ ਤਾਂ ਮੈਨੂੰ ਕੁਆਰੰਟਾਈਨ 'ਚ ਰੱਖਿਆ ਗਿਆ ਸੀ। ਫਿਰ ਤਾਂ ਪਹਿਲੇ 2-3 ਦਿਨ ਪੂਰੇ ਇਸ ਤਰ੍ਹਾਂ ਹੀ ਚਲੇ ਗਏ ਸੀ, ਲੇਕਿਨ ਉੱਥੋਂ ਦੇ ਡਾਕਟਰਸ ਅਤੇ ਨਰਸਿਸ ਜੋ ਹੈ ਨਾ, ਹਾਂ, ਉਹ ਬਹੁਤ ਅੱਛੇ ਸਨ ਮੇਰੇ ਨਾਲ। ਹਰ ਰੋਜ਼ ਮੈਨੂੰ ਕਾਲ ਕਰਕੇ ਮੇਰੇ ਨਾਲ ਗੱਲ ਕਰ ਰਹੇ ਸਨ ਅਤੇ ਕੌਨਫੀਡੈਂਸ ਦੇ ਰਹੇ ਸੀ ਕਿ ਕੁਝ ਨਹੀਂ ਹੋਏਗਾ, ਤੁਸੀਂ ਠੀਕ ਹੋ ਜਾਓਗੇ। ਇਸ ਤਰ੍ਹਾਂ ਗੱਲ ਕਰਦੇ ਰਹਿੰਦੇ ਸੀ। ਦਿਨ ਵਿੱਚ 2-3 ਵਾਰ ਡਾਕਟਰ ਗੱਲ ਕਰਦੇ ਸੀ, ਨਰਸ ਵੀ ਗੱਲ ਕਰਦੇ ਸਨ। ਤਾਂ ਪਹਿਲਾਂ ਜੋ ਡਰ ਸੀ, ਫਿਰ ਉਸ ਤੋਂ ਬਾਅਦ ਅਜਿਹਾ ਲੱਗਿਆ ਕਿ ਹਾਂ, ਇਹਨੇ ਚੰਗੇ ਲੋਕਾਂ ਦੇ ਨਾਲ ਆ, ਉਹਨਾਂ ਨੂੰ ਪਤਾ ਹੈ ਕਿ ਕੀ ਕਰਨਾ, ਐਂਡ ਆਈਲ ਗੈਟ ਬੈਟਰ, ਅਜਿਹਾ ਲੱਗਿਆ ਸੀ। ਪਰਿਵਾਰ ਦੇ ਲੋਕਾਂ ਦੀ ਮਨੋਦਸ਼ਾ ਕੀ ਸੀ? ਜਦੋਂ ਮੈਂ ਹੌਸਪੀਟਲ ਵਿੱਚ ਐਡਮਿਟ ਹੋਇਆ ਸੀ, ਪਹਿਲਾਂ ਤਾਂ ਸਾਰੇ ਬਹੁਤ ਸਟ੍ਰੈਸ ਵਿੱਚ ਸਨ, ਜ਼ਿਆਦਾ ਅਟੈਂਸ਼ਨ ਉਹ ਸਭ ਸੀ। ਲੇਕਿਨ ਹਾਂ, ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਵੀ ਟੈਸਟ ਕੀਤਾ ਸੀ, ਸਭ ਦਾ ਨੈਗੇਟਿਵ ਆ ਗਿਆ ਸੀ। ਉਹ ਸਭ ਤੋਂ ਵੱਡੀ ਬਲੈਸਿੰਗ ਹੈ ਸਾਡੇ ਲਈ, ਸਾਡੀ ਫੈਮਿਲੀ ਦੇ ਲਈ ਅਤੇ ਸਾਰਿਆਂ ਦੇ ਲਈ ਜੋ ਮੇਰੇ ਆਸ-ਪਾਸ ਸਨ। ਉਸ ਤੋਂ ਬਾਅਦ ਤਾਂ ਹਰ ਦਿਨ ਇੰਪਰੂਵਮੈਂਟ ਦਿਖ ਰਹੀ ਸੀ। ਡਾਕਟਰ ਮੇਰੇ ਨਾਲ ਗੱਲ ਕਰ ਰਹੇ ਸੀ, ਉਹ ਦੱਸ ਰਹੇ ਸਨ ਪਰਿਵਾਰ ਨੂੰ। ਤੁਸੀਂ ਖੁਦ ਕੀ ਸਾਵਧਾਨੀਆਂ ਰੱਖੀਆਂ? ਆਪਣੇ ਪਰਿਵਾਰ ਦੀਆਂ ਕੀ ਸਾਵਧਾਨੀਆਂ ਰੱਖੀਆਂ? ਪਰਿਵਾਰ ਦੇ ਲਈ ਤਾਂ ਪਹਿਲਾਂ ਜਦੋਂ ਉਸ ਦੇ ਬਾਰੇ ਪਤਾ ਲੱਗਿਆ, ਉਸ ਵੇਲੇ ਤਾਂ ਮੈਂ ਕੁਆਰੰਟਾਈਨ ਵਿੱਚ ਸੀ। ਪਰ ਕੁਆਰੰਟਾਈਨ ਤੋਂ ਬਾਅਦ ਵੀ ਡਾਕਟਰਾਂ ਨੇ ਦੱਸਿਆ ਕਿ ਹੋਰ 14 ਦਿਨ ਤੱਕ ਘਰ ਵਿੱਚ ਹੀ ਰਹਿਣਾ ਅਤੇ ਆਪਣੇ ਰੂਮ ਵਿੱਚ ਰਹਿਣਾ ਅਤੇ ਸੈਲਫ ਨੂੰ ਹਾਊਸ ਕੁਆਰੰਟਾਈਨ ਰੱਖਣ ਦੇ ਲਈ ਕਿਹਾ ਸੀ। ਤਾਂ ਆਉਣ ਤੋਂ ਬਾਅਦ ਵੀ ਮੈਂ ਆਪਣੇ ਘਰ ਵਿੱਚ ਹੀ ਹਾਂ, ਮੇਰੇ ਹੀ ਰੂਮ ਵਿੱਚ ਰਹਿਣਾ, ਜ਼ਿਆਦਾਤਰ ਮਾਸਕ ਪਹਿਨ ਕੇ ਹੀ ਰੱਖਦਾ। ਦਿਨ ਭਰ ਜਦ ਵੀ ਬਾਹਰ ਖਾਣ ਦੇ ਲਈ ਕੁਝ ਹੋਏਗਾ, ਹੈਂਡ ਵਾਸ਼ਿੰਗ, ਉਹ ਸਭ ਇੰਪੋਰਟੈਂਟ ਹੈ। ਚਲੋ ਰਾਮ, ਤੁਸੀਂ ਸਵਸਥ ਹੋ ਕੇ ਆਏ ਹੋ। ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਮੇਰੀਆਂ ਬਹੁਤ ਸ਼ੁਭਕਾਮਨਾਵਾਂ ਨੇ। ਥੈਂਕ ਯੂ। ਲੇਕਿਨ ਮੈਂ ਚਾਹਾਂਗਾ ਕਿ ਤੁਹਾਡਾ ਇਹ ਅਨੁਭਵ, ਜੀ ਜੀ ਤੁਸੀਂ ਤਾਂ ਆਈਟੀ ਪ੍ਰੋਫੈਸ਼ਨ ਵਿੱਚ ਹੋ, ਜੀ ਤਾਂ ਆਡੀਓ ਬਣਾ ਕੇ ਜੀ ਲੋਕਾਂ ਨੂੰ ਸ਼ੇਅਰ ਕਰੋ, ਬਹੁਤ ਸੋਸ਼ਲ ਮੀਡੀਆ ਵਿੱਚ ਵਾਇਰਲ ਕਰੋ, ਤਾਂ ਕਿ ਇੱਦਾਂ ਹੋਏਗਾ ਕਿ ਲੋਕ ਡਰ ਵੀ ਨਹੀਂ ਜਾਣਗੇ। ਐਟ ਦ ਸੇਮ ਟਾਈਮ ਕੇਅਰ ਕਰਨ ਤੋਂ ਕਿੱਦਾਂ ਬਚ ਸਕਦੇ ਹੋ, ਉਹ ਵੀ ਬੜੇ ਆਰਾਮ ਨਾਲ ਲੋਕਾਂ ਤੱਕ ਪਹੁੰਚ ਜਾਏਗੀ। ਹਾਂਜੀ, ਅਜਿਹਾ ਹੈ ਕਿ ਬਾਹਰ ਆ ਕੇ ਦੇਖ ਰਿਹਾ ਸਭ ਕੁਆਰੰਟਾਈਨ ਮਤਲਬ ਇੱਕ ਜੇਲ੍ਹ ਵਿੱਚ ਜਾਣ ਵਰਗਾ ਲੋਕ ਸੋਚ ਰਹੇ ਨੇ। ਅਜਿਹਾ ਨਹੀਂ ਹੈ। ਸਭ ਨੂੰ ਪਤਾ ਹੋਣਾ ਚਾਹੀਦਾ ਕਿ ਗਵਰਨਮੈਂਟ ਕੁਆਰੰਟਾਈਨ ਉਹਨਾਂ ਲਈ ਹੈ, ਉਹਨਾਂ ਦੇ ਪਰਿਵਾਰਾਂ ਲਈ ਹੈ। ਤਾਂ ਉਹਨਾਂ ਦੇ ਬਾਰੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਟੈਸਟ ਕਰਵਾਓ। ਕੁਆਰੰਟਾਈਨ ਮਤਲਬ ਡਰੋ ਨਾ। ਔਨ ਕੁਆਰੰਟਾਈਨ ਮਤਲਬ ਉਹ ਸਟਿਗਮਾ ਨਹੀਂ ਹੋਣਾ ਚਾਹੀਦਾ ਉਹਨਾਂ ਉੱਤੇ। ਚਲੋ ਰਾਮ, ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਨੂੰ। ਥੈਂਕ ਯੂ, ਥੈਂਕ ਯੂ। ਥੈਂਕ ਯੂ। ਸਾਥੀਓ, ਜਿਵੇਂ ਕਿ ਰਾਮ ਨੇ ਦੱਸਿਆ ਕਿ ਉਹਨਾਂ ਨੇ ਹਰ ਉਸ ਨਿਰਦੇਸ਼ ਦਾ ਪਾਲਣ ਕੀਤਾ ਜੋ ਉਹਨਾਂ ਨੂੰ ਕੋਰੋਨਾ ਦੀ ਸ਼ੰਕਾ ਹੋਣ ਤੋਂ ਬਾਅਦ ਡਾਕਟਰਾਂ ਨੇ ਦਿੱਤੇ ਸਨ। ਇਸੇ ਦਾ ਨਤੀਜਾ ਹੈ ਕਿ ਅੱਜ ਉਹ ਸਵਸਥ ਹੋ ਕੇ ਆਮ ਜੀਵਨ ਜੀ ਰਹੇ ਨੇ। ਸਾਡੇ ਨਾਲ ਅਜਿਹੇ ਹੀ ਇੱਕ ਹੋਰ ਸਾਥੀ ਜੁੜੇ ਨੇ ਜਿਨ੍ਹਾਂ ਨੇ ਕੋਰੋਨਾ ਨੂੰ ਪਰਾਜਿਤ ਕੀਤਾ ਹੈ। ਉਹਨਾਂ ਦਾ ਤਾਂ ਪੂਰਾ ਪਰਿਵਾਰ ਇਸ ਸੰਕਟ ਵਿੱਚ ਫਸ ਗਿਆ ਸੀ। ਨੌਜਵਾਨ ਬੇਟਾ ਵੀ ਫਸ ਗਿਆ ਸੀ। ਆਓ
ਆਗਰਾ ਦੇ ਸ਼੍ਰੀਮਾਨ ਅਸ਼ੋਕ ਕਪੂਰ ਨਾਲ ਅਸੀਂ ਗੱਲ ਕਰਦੇ ਹਾਂ। ਅਸ਼ੋਕ ਜੀ ਨਮਸਤੇ ਨਮਸਤੇ। ਨਮਸਕਾਰ ਜੀ, ਮੇਰੀ ਖੁਸ਼ਕਿਸਮਤੀ ਹੈ ਜੀ, ਤੁਹਾਡੇ ਨਾਲ ਗੱਲ ਹੋ ਰਹੀ ਹੈ। ਚਲੋ ਸਾਡਾ ਵੀ ਸੁਭਾਗ ਹੈ। ਮੈਂ ਫ਼ੋਨ ਇਸ ਲਈ ਕੀਤਾ ਕਿਉਂਕਿ ਤੁਹਾਡਾ ਪੂਰਾ ਪਰਿਵਾਰ ਇਸ ਸਮੇਂ ਸੰਕਟ ਵਿੱਚ ਫਸਿਆ ਸੀ। ਜੀ ਜੀ ਜੀ। ਤਾਂ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿ ਤੁਹਾਨੂੰ ਇਹ ਸਮੱਸਿਆ, ਇਸ ਸੰਕਰਮਣ ਦਾ ਪਤਾ ਕਿਵੇਂ ਲੱਗਿਆ, ਕੀ ਹੋਇਆ, ਹਸਪਤਾਲ ਵਿੱਚ ਕੀ ਹੋਇਆ, ਤਾਂ ਕਿ ਮੈਂ ਤੁਹਾਡੀ ਗੱਲ ਸੁਣ ਕੇ ਜੇ ਕੋਈ ਚੀਜ਼ ਦੇਸ਼ ਨੂੰ ਦੱਸਣ ਵਰਗੀ ਹੋਵੇ ਤਾਂ ਮੈਂ ਉਹਨਾਂ ਦਾ ਉਪਯੋਗ ਕਰਾਂਗਾ। ਬਿਲਕੁਲ ਸਾਹਿਬ, ਅਜਿਹਾ ਸੀ, ਮੇਰੇ 2 ਬੇਟੇ ਨੇ, ਇਹ ਇਟਲੀ ਗਏ ਸਨ। ਉੱਥੇ ਇੱਕ ਫੇਅਰ ਸੀ ਸ਼ੂਜ਼ ਦਾ। ਅਸੀਂ ਇੱਥੇ ਜੁੱਤਿਆਂ ਦਾ ਕੰਮ ਕਰਦੇ ਹਾਂ ਜੀ, ਫੈਕਟਰੀ ਹੈ ਮੈਨੂਫੈਕਚਰਿੰਗ ਦੀ। ਹਾਂ ਤਾਂ ਉੱਥੇ ਗਏ ਸੀ ਇਟਲੀ ਫੇਅਰ ਵਿੱਚ। ਜਦੋਂ ਵਾਪਸ ਆਏ ਨਾ, ਹਾਂ ਤਾਂ ਸਾਡਾ ਜਵਾਈ ਵੀ ਗਿਆ ਸੀ, ਉਹ ਦਿੱਲੀ ਰਹਿੰਦਾ। ਜਦ ਉਹਨੂੰ ਥੋੜ੍ਹੀ ਪ੍ਰੋਬਲਮ ਹੋਈ ਤਾਂ ਹੌਸਪੀਟਲ ਚਲਾ ਗਿਆ, ਰਾਮ ਮਨੋਹਰ ਲੋਹੀਆ। ਹਾਂ ਤਾਂ ਉਹਨਾਂ ਨੇ ਉਸ ਨੂੰ ਪੋਜ਼ੀਟਿਵ ਦੱਸਿਆ। ਉਸ ਨੂੰ ਉਹਨਾਂ ਨੇ ਸ਼ਿਫਟ ਕਰ ਦਿੱਤਾ ਸਫਦਰਜੰਗ। ਹਾਂ ਸਾਨੂੰ ਉੱਥੋਂ ਫੋਨ ਆਇਆ ਕਿ ਤੁਸੀਂ ਵੀ ਉਸ ਦੇ ਨਾਲ ਗਏ ਸੀ, ਤੁਸੀਂ ਵੀ ਟੈਸਟ ਕਰਵਾਓ। ਤਾਂ ਦੋਵੇਂ ਬੇਟੇ ਚਲੇ ਗਏ ਟੈਸਟ ਕਰਵਾਉਣ, ਇੱਥੇ ਹੀ ਆਗਰਾ ਡਿਸਟ੍ਰਿਕਟ ਹੌਸਪੀਟਲ ਵਿੱਚ। ਆਗਰਾ ਡਿਸਟ੍ਰਿਕਟ ਹੌਸਪੀਟਲ ਵਾਲਿਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਪਰਿਵਾਰ ਨੂੰ ਵੀ ਬੁਲਾ ਲਓ, ਕਿਤੇ ਇਹੋ ਜਿਹੀ ਕੋਈ ਗੱਲ ਨਾ ਹੋਵੇ। ਅਲਟੀਮੇਟਲੀ ਕੀ ਹੋਇਆ ਕਿ ਅਸੀਂ ਸਾਰੇ ਗਏ। ਹਾਂ ਤਾਂ ਨੈਕਸਟ ਡੇ ਉਹਨਾਂ ਨੇ ਦੱਸਿਆ ਕਿ ਤੁਹਾਡੇ 6 ਜਣੇ ਜੋ ਨੇ, ਮੇਰੇ ਦੋਵੇਂ ਬੇਟੇ, ਮੈਂ, ਮੇਰੀ ਪਤਨੀ, ਮੈਂ ਵੈਸੇ 73 ਈਅਰਸ ਓਲਡ ਹਾਂ, ਮੇਰੀ ਵਾਈਫ ਅਤੇ ਮੇਰੇ ਬੇਟੇ ਦੀ ਵਾਈਫ ਅਤੇ ਮੇਰਾ ਗ੍ਰੈਂਡਸਨ ਉਹ 16 ਸਾਲ ਦਾ। ਤਾਂ ਸਾਡੇ 6 ਦਾ ਉਹਨਾਂ ਨੇ ਪੋਜ਼ੀਟਿਵ ਦੱਸਿਆ। ਤਾਂ ਉਹਨਾਂ ਨੂੰ ਦਿੱਲੀ ਲੈ ਕੇ ਜਾਣਾ। ਓ ਮਾਈ ਗੋਡ। ਅਸੀਂ ਸਰ ਡਰੇ ਨਹੀਂ, ਅਸੀਂ ਕਿਹਾ ਠੀਕ ਹੈ, ਚੰਗਾ ਪਤਾ ਲੱਗ ਗਿਆ। ਅਸੀਂ ਲੋਕ ਦਿੱਲੀ ਚਲੇ ਗਏ, ਸਫਦਰਜੰਗ ਹਸਪਤਾਲ। ਇਹ ਆਗਰਾ ਵਾਲਿਆਂ ਨੇ ਭੇਜਿਆ। ਉਹਨਾਂ ਨੇ ਸਾਨੂੰ ਐਂਬੂਲੈਂਸ ਦਿੱਤੀ, ਕੋਈ ਚਾਰਜ ਵੀ ਨਹੀਂ ਲਿਆ। ਉਹਨਾਂ ਦੀ ਬੜੀ ਮਿਹਰਬਾਨੀ ਹੈ, ਆਗਰਾ ਦੇ ਡਾਕਟਰਾਂ ਦੀ, ਐਡਮਿਨਿਸਟ੍ਰੇਸ਼ਨ ਦੀ। ਪੂਰਾ ਉਹਨਾਂ ਨੇ ਸਾਨੂੰ ਸਹਿਯੋਗ ਦਿੱਤਾ। ਐਂਬੂਲੈਂਸ ਵਿੱਚ ਆਏ ਸੀ ਤੁਸੀਂ? ਜੀ ਹਾਂ, ਐਂਬੂਲੈਂਸ ਵਿੱਚ ਠੀਕ ਠਾਕ ਸੀ। ਜਿਸ ਤਰ੍ਹਾਂ ਉਸ ਵਿੱਚ ਬੈਠ ਕੇ ਆਉਂਦੇ ਨੇ, ਸਾਨੂੰ ਉਹਨਾਂ ਨੇ ਐਂਬੂਲੈਂਸ ਦੇ ਦਿੱਤੀ। ਨਾਲ ਡਾਕਟਰਸ ਵੀ ਸਨ ਅਤੇ ਸਾਨੂੰ ਉਹਨਾਂ ਨੇ ਸਫਦਰਜੰਗ ਹਸਪਤਾਲ ਛੱਡ ਦਿੱਤਾ। ਸਫਦਰਜੰਗ ਹਸਪਤਾਲ ਵਿੱਚ ਡਾਕਟਰਾਂ ਨੇ, ਉਹ ਆਲਰੇਡੀ ਖੜ੍ਹੇ ਸਨ ਉੱਥੇ ਗੇਟ ਉੱਤੇ। ਤਾਂ ਉਹਨਾਂ ਸਾਨੂੰ ਜੋ ਵਾਰਡ ਸੀ ਉੱਥੇ ਸਾਨੂੰ ਸ਼ਿਫਟ ਕਰ ਦਿੱਤਾ। ਸਾਨੂੰ 6 ਨੂੰ ਉਹਨਾਂ ਨੇ ਅਲੱਗ-ਅਲੱਗ ਰੂਮ ਦਿੱਤੇ। ਅੱਛੇ ਰੂਮ ਸਨ ਅਤੇ ਡਾਕਟਰਾਂ ਦੀ ਜਿੱਥੋਂ ਤੱਕ ਗੱਲ ਹੈ, ਬਹੁਤ ਸਹਿਯੋਗ ਰਿਹਾ ਜੀ। ਬੜਾ ਅੱਛਾ ਉਹਨਾਂ ਨੇ ਸਾਨੂੰ ਟਰੀਟ ਕੀਤਾ। ਚਾਹੇ ਉਹ ਸਟਾਫ ਹੋਵੇ, ਉਹ ਐਕਚੁਅਲੀ ਆਪਣੀ ਡਰੈਸ ਪਾ ਕੇ ਆਉਂਦੇ ਸੀ, ਪਤਾ ਨਹੀਂ ਚੱਲਦਾ ਸੀ ਕਿ ਡਾਕਟਰ ਹੈ, ਵਾਰਡ ਬੋਏ ਹੈ ਜਾਂ ਨਰਸ ਹੈ। ਉਹ ਜੋ ਵੀ ਕਹਿੰਦੇ ਸੀ ਅਸੀਂ ਮੰਨ ਲੈਂਦੇ ਸੀ। ਫਿਲਹਾਲ ਸਾਨੂੰ ਕਿਸੇ ਵੀ ਤਰ੍ਹਾਂ ਦੀ 1% ਵੀ ਪ੍ਰੋਬਲਮ ਨਹੀਂ ਆਈ। ਤੁਹਾਡਾ ਆਤਮ ਵਿਸ਼ਵਾਸ ਵੀ ਬੜਾ ਮਜ਼ਬੂਤ ਦਿਸਦਾ ਹੈ। ਜੀ ਸਰ, ਆਈ ਐਮ ਪਰਫੈਕਟ। ਹਾਂਜੀ, ਮੈਂ ਤਾਂ ਬਲਕਿ ਸਰ ਆਪਣੇ ਗੋਡਿਆਂ ਦਾ ਵੀ ਆਪਰੇਸ਼ਨ ਕਰਵਾਇਆ ਹੋਇਆ। ਈਵਨ ਦੈਨ ਆਈ ਐਮ ਪਰਫੈਕਟ। ਨਹੀਂ, ਜਦੋਂ ਇੰਨਾ ਵੱਡਾ ਸੰਕਟ ਪਰਿਵਾਰ ਦੇ ਜੀਆਂ 'ਤੇ ਆ ਗਿਆ ਅਤੇ 16 ਸਾਲ ਦੇ ਬੱਚੇ ਤੱਕ ਪਹੁੰਚ ਗਿਆ। ਉਹਦਾ ਪੇਪਰ ਸੀ ਸਰ, ICSE ਦੇ ਪੇਪਰ ਸੀ। ਤਾਂ ਉਹਦਾ ਪੇਪਰ ਸੀ ਤਾਂ ਅਸੀਂ ਨਹੀਂ ਦਿੱਤੇ ਪੇਪਰ। ਮੈਂ ਕਿਹਾ ਦੇਖੀ ਜਾਏਗੀ ਬਾਅਦ ਵਿੱਚ, ਇਹ ਤਾਂ ਜ਼ਿੰਦਗੀ ਰਹੇਗੀ ਤਾਂ ਸਭ ਪੇਪਰ ਹੋ ਜਾਣਗੇ, ਕੋਈ ਗੱਲ ਨਹੀਂ। ਸਹੀ ਗੱਲ ਹੈ। ਚਲੋ, ਤੁਹਾਡਾ ਅਨੁਭਵ ਇਸ ਵਿੱਚ ਕੰਮ ਆਇਆ, ਪੂਰੇ ਪਰਿਵਾਰ ਨੂੰ ਵਿਸ਼ਵਾਸ ਵੀ ਦਿਵਾਇਆ, ਹਿੰਮਤ ਵੀ ਦਿਵਾਈ। ਜੀ, ਅਸੀਂ ਪੂਰੇ ਪਰਿਵਾਰ ਨਾਲ ਗਏ, ਇੱਕ ਦੂਸਰੇ ਦਾ ਉੱਥੇ ਸਹਾਰਾ ਰਿਹਾ। ਮਿਲਦੇ ਨਹੀਂ ਸੀ, ਫੋਨ 'ਤੇ ਗੱਲ ਕਰ ਲੈਂਦੇ ਸੀ, ਮਿਲਦੇ ਜੁਲਦੇ ਨਹੀਂ ਸੀ। ਅਤੇ ਡਾਕਟਰਾਂ ਨੇ ਪੂਰੀ ਸਾਡੀ ਕੇਅਰ ਕੀਤੀ ਜਿੰਨੀ ਹੋਣੀ ਚਾਹੀਦੀ ਹੈ। ਅਸੀਂ ਉਹਨਾਂ ਦੇ ਆਭਾਰੀ ਹਾਂ। ਉਹਨਾਂ ਨੇ ਬਹੁਤ ਅੱਛਾ ਸਾਡੇ ਨਾਲ ਕੀਤਾ। ਜੋ ਸਟਾਫ, ਨਰਸਿਸ ਸਨ, ਉਹਨਾਂ ਨੇ ਸਾਨੂੰ ਪੂਰਾ ਸਹਿਯੋਗ ਦਿੱਤਾ ਸਰ। ਚਲੋ, ਮੇਰੀਆਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਨੇ। ਥੈਂਕ ਯੂ ਜੀ, ਧੰਨਵਾਦ। ਅਸੀਂ ਬਹੁਤ ਖੁਸ਼ ਹਾਂ ਕਿ ਤੁਹਾਡੇ ਨਾਲ ਮੇਰੀ ਗੱਲ ਹੋ ਗਈ ਹੈ। ਨਹੀਂ, ਅਸੀਂ ਵੀ ਜੋ ਉਸ ਦੇ ਬਾਅਦ ਵੀ ਸਰ, ਸਾਡੇ ਲਈ ਕੋਈ ਕਿਸੇ ਤਰ੍ਹਾਂ ਦੀ ਮਤਲਬ ਅਵੇਅਰਨੈਸ ਦੇ ਲਈ ਕਿਤੇ ਜਾਣਾ ਹੋਵੇ, ਕੁਝ ਕਰਨਾ ਹੋਵੇ, ਅਸੀਂ ਹਰ ਵਕਤ ਤਿਆਰ ਹਾਂ। ਨਹੀਂ, ਤੁਸੀਂ ਆਪਣੇ ਤਰੀਕੇ ਨਾਲ ਆਗਰਾ ਵਿੱਚ ਕਰੋ। ਕੋਈ ਭੁੱਖਾ ਹੈ ਤਾਂ ਉਸ ਨੂੰ ਖਾਣਾ ਖਵਾਓ, ਗਰੀਬ ਦੀ ਚਿੰਤਾ ਕਰੋ ਅਤੇ ਨਿਯਮਾਂ ਦਾ ਲੋਕ ਪਾਲਣ ਕਰਨ। ਲੋਕਾਂ ਨੂੰ ਸਮਝਾਓ ਕਿ ਤੁਹਾਡਾ ਪਰਿਵਾਰ ਇਸ ਬਿਮਾਰੀ ਵਿੱਚ ਫਸਿਆ ਸੀ, ਲੇਕਿਨ ਤੁਸੀਂ ਨਿਯਮਾਂ ਦਾ ਪਾਲਣ ਕਰਕੇ ਆਪਣੇ ਪਰਿਵਾਰ ਨੂੰ ਬਚਾਇਆ,
ਸਾਰੇ ਲੋਕ ਜੇ ਨਿਯਮਾਂ ਦਾ ਪਾਲਣ ਕਰਨ ਤਾਂ ਦੇਸ਼ ਬਚ ਜਾਏਗਾ। ਅਸੀਂ ਸਰ ਮੋਦੀ ਸਰ ਕਿ ਅਸੀਂ ਆਪਣਾ ਵੀਡੀਓ ਵਗੈਰਾ ਬਣਾ ਕੇ ਚੈਨਲਸ ਵਿੱਚ ਦੇ ਦਿੱਤਾ ਹੈ। ਅੱਛਾ, ਚੈਨਲਸ ਵਾਲਿਆਂ ਨੇ ਦਿਖਾਇਆ ਵੀ ਹੈ ਤਾਂ ਕਿ ਲੋਕਾਂ ਵਿੱਚ ਅਵੇਅਰਨੈਸ ਰਹੇ ਤੇ ਸੋਸ਼ਲ ਮੀਡੀਆ ਵਿੱਚ ਬਹੁਤ ਪੋਪੂਲਰ ਕਰਨਾ ਚਾਹੀਦਾ ਹੈ। ਜੀ ਅਸੀਂ ਆਪਣੀ ਕਾਲੋਨੀ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ, ਸਾਫ ਸੁਥਰੀ ਕਾਲੋਨੀ ਹੈ, ਸਾਰਿਆਂ ਨੂੰ ਅਸੀਂ ਕਹਿ ਦਿੱਤਾ ਕਿ ਦੇਖੋ ਜੀ ਅਸੀਂ ਆ ਗਏ ਹਾਂ ਤਾਂ ਡਰੋ ਨਾ, ਕਿਸੇ ਨੂੰ ਕੋਈ ਪ੍ਰੋਬਲਮ ਹੈ ਜਾ ਕੇ ਟੈਸਟ ਕਰਵਾਓ। ਜੋ ਲੋਕ ਸਾਡੇ ਨਾਲ ਮਿਲੇ ਹੋਣਗੇ ਉਹਨਾਂ ਨੇ ਟੈਸਟ ਕਰਵਾਓ, ਈਸ਼ਵਰ ਦੀ ਦਇਆ ਨਾਲ ਠੀਕ ਰਹੇ। ਜੀ ਸਰ। ਚਲੋ, ਬਹੁਤ ਸ਼ੁਭ ਕਾਮਨਾਵਾਂ ਤੁਹਾਨੂੰ ਸਾਰਿਆਂ ਨੂੰ। ਸਾਥੀਓ, ਅਸੀਂ ਅਸ਼ੋਕ ਜੀ ਅਤੇ ਉਹਨਾਂ ਦੇ ਪਰਿਵਾਰ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ। ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਪੈਨਿਕ ਹੋਏ ਬਿਨਾਂ, ਡਰੇ ਬਿਨਾਂ ਸਮੇਂ 'ਤੇ ਸਹੀ ਕਦਮ ਚੁੱਕਣਾ, ਸਮੇਂ 'ਤੇ ਡਾਕਟਰਾਂ ਨਾਲ ਸੰਪਰਕ ਕਰਨਾ ਅਤੇ ਉਚਿਤ ਸਾਵਧਾਨੀ ਰੱਖਦਿਆਂ ਇਸ ਮਹਾਮਾਰੀ ਨੂੰ ਅਸੀਂ ਹਰਾ ਸਕਦੇ ਹਾਂ। ਸਾਥੀਓ, ਅਸੀਂ ਮੈਡੀਕਲ ਪੱਧਰ 'ਤੇ ਇਸ ਮਹਾਮਾਰੀ ਨਾਲ ਕਿਵੇਂ ਨਿਪਟ ਰਹੇ ਹਾਂ, ਇਸ ਦੇ ਅਨੁਭਵ ਜਾਣਨ ਲਈ ਮੈਂ ਕੁਝ ਡਾਕਟਰਾਂ ਨਾਲ ਵੀ ਗੱਲ ਕੀਤੀ ਜੋ ਇਸ ਲੜਾਈ ਦੀ ਮੋਹਰਲੀ ਕਤਾਰ ਵਿੱਚ ਮੋਰਚਾ ਸੰਭਾਲੀ ਬੈਠੇ ਨੇ। ਰੋਜ਼ਾਨਾ ਦੀ ਉਹਨਾਂ ਦੀ ਗਤੀਵਿਧੀ ਇਹਨਾਂ ਪੇਸ਼ੈਂਟਸ ਦੇ ਨਾਲ ਰਹਿੰਦੀ ਹੈ। ਆਓ, ਸਾਡੇ ਨਾਲ ਦਿੱਲੀ ਤੋਂ ਡਾਕਟਰ ਨਿਤੇਸ਼ ਗੁਪਤਾ ਜੁੜੇ ਨੇ। ਨਮਸਤੇ ਡਾਕਟਰ। ਨਮਸਤੇ ਸਰ। ਨਮਸਤੇ ਨਿਤੇਸ਼ ਜੀ, ਤੁਸੀਂ ਤਾਂ ਬਿਲਕੁਲ ਮੋਰਚੇ 'ਤੇ ਡਟੇ ਹੋਏ ਹੋ ਅਤੇ ਮੈਂ ਜਾਣਨਾ ਚਾਹੁੰਦਾ ਕਿ ਹਸਪਤਾਲਾਂ ਵਿੱਚ ਬਾਕੀ ਤੁਹਾਡੇ ਸਾਥੀਆਂ ਦਾ ਮੂਡ ਕਿਹੋ ਜਿਹਾ? ਸਾਰਿਆਂ ਦਾ ਮੂਡ ਅਪਬੀਟ ਹੈ। ਤੁਹਾਡਾ ਆਸ਼ੀਰਵਾਦ ਸਾਰਿਆਂ ਨਾਲ ਹੈ। ਤੁਸੀਂ ਦਿੱਤਾ ਹੋਇਆ ਸਾਰੇ ਹਸਪਤਾਲਾਂ ਨੂੰ ਜੋ ਵੀ ਤੁਸੀਂ ਸਪੋਰਟ ਕਰ ਰਹੇ ਹੋ, ਜੋ ਵੀ ਚੀਜ਼ ਮੰਗ ਰਹੇ ਆ, ਤੁਸੀਂ ਸਭ ਪ੍ਰੋਵਾਈਡ ਕਰ ਰਹੇ ਹੋ। ਤਾਂ ਅਸੀਂ ਲੋਕ ਬਿਲਕੁਲ ਜਿਸ ਤਰ੍ਹਾਂ ਆਰਮੀ ਬਾਰਡਰ 'ਤੇ ਲੜਦੀ ਰਹਿੰਦੀ ਹੈ, ਅਸੀਂ ਲੋਕ ਬਿਲਕੁਲ ਉਸੇ ਤਰ੍ਹਾਂ ਹੀ ਲੱਗੇ ਹੋਏ ਹਾਂ। ਤਾਂ ਸਾਡਾ ਸਿਰਫ ਇੱਕ ਹੀ ਫਰਜ਼ ਹੈ ਕਿ ਪੇਸ਼ੈਂਟ ਠੀਕ ਹੋ ਕੇ ਘਰ ਜਾਏ। ਤੁਹਾਡੀ ਗੱਲ ਸਹੀ ਹੈ। ਇਹ ਯੁੱਧ ਵਰਗੀ ਸਥਿਤੀ ਹੈ। ਤੁਸੀਂ ਸਾਰੇ ਮੋਰਚਾ ਸੰਭਾਲੀ ਬੈਠੇ ਹੋ। ਹਾਂਜੀ ਸਰ। ਤੁਹਾਨੂੰ ਤਾਂ ਇਲਾਜ ਦੇ ਨਾਲ-ਨਾਲ ਮਰੀਜ਼ ਦੀ ਕਾਉਂਸਲਿੰਗ ਵੀ ਕਰਨੀ ਪੈਂਦੀ ਹੋਏਗੀ। ਹਾਂਜੀ ਸਰ, ਉਹ ਤਾਂ ਸਭ ਤੋਂ ਜ਼ਰੂਰੀ ਚੀਜ਼ ਹੈ, ਕਿਉਂਕਿ ਮਰੀਜ਼ ਇੱਕਦਮ ਸੁਣ ਕੇ ਇੱਕਦਮ ਨਾਲ ਡਰ ਜਾਂਦਾ ਕਿ ਇਹ ਕੀ ਹੋ ਰਿਹਾ ਉਹਦੇ ਨਾਲ। ਉਸ ਨੂੰ ਸਮਝਾਉਣਾ ਪੈਂਦਾ ਕਿ ਕੁਝ ਨਹੀਂ ਹੈ, ਅਗਲੇ 14 ਦਿਨਾਂ ਵਿੱਚ ਤੁਸੀਂ ਠੀਕ ਹੋ ਜਾਓਗੇ, ਆਪਣੇ ਘਰ ਜਾਓਗੇ। ਬਿਲਕੁਲ। ਤਾਂ ਅਸੀਂ ਹੁਣ ਤੱਕ ਇਹੋ ਜਿਹੇ 16 ਮਰੀਜ਼ਾਂ ਨੂੰ ਘਰ ਭੇਜ ਚੁੱਕੇ ਹਾਂ। ਤਾਂ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਓਵਰਆਲ ਕੀ ਆਉਂਦਾ ਹੈ ਤੁਹਾਡੇ ਸਾਹਮਣੇ? ਡਰੇ ਹੋਏ ਲੋਕ ਨੇ ਤਾਂ ਕੀ ਉਹਨਾਂ ਦੀ ਚਿੰਤਾ ਸਤਾਉਂਦੀ ਹੈ? ਉਹਨਾਂ ਨੂੰ ਇਹੀ ਲੱਗਦਾ ਕਿ ਅੱਗੇ ਕੀ ਹੋਏਗਾ, ਹੁਣ ਕੀ ਹੋਏਗਾ। ਇਹ ਤਾਂ ਬਿਲਕੁਲ ਇੱਕਦਮ ਜਿਸ ਤਰ੍ਹਾਂ ਕਿ ਬਾਹਰਲੀ ਦੁਨੀਆ ਵਿੱਚ ਦੇਖਦੇ ਨੇ ਕਿ ਬਾਹਰ ਲੋਕ ਇੰਨੇ ਐਕਸਪਾਇਰ ਹੋ ਰਹੇ ਨੇ, ਤਾਂ ਸਾਡੇ ਨਾਲ ਵੀ ਅਜਿਹਾ ਹੀ ਹੋਏਗਾ। ਤਾਂ ਅਸੀਂ ਉਹਨਾਂ ਨੂੰ ਸਮਝਾਉਂਦੇ ਹਾਂ ਕਿ ਤੁਹਾਡੀ ਕਿਹੜੀ ਦਿੱਕਤ, ਕਿਸ ਦਿਨ ਠੀਕ ਹੋਏਗੀ। ਤੁਹਾਡਾ ਕੇਸ ਤਾਂ ਬਹੁਤ ਮਾਈਲਡ ਵਾਲਾ, ਨਾਰਮਲ ਸਰਦੀ ਜ਼ੁਕਾਮ ਵਾਲਾ ਜੋ ਕੇਸ ਹੁੰਦਾ ਉਸੇ ਤਰ੍ਹਾਂ ਦਾ ਹੀ ਹੈ। ਤਾਂ ਜਿਸ ਤਰ੍ਹਾਂ ਉਹ ਠੀਕ ਹੋ ਜਾਂਦਾ 5-7 ਦਿਨ ਵਿੱਚ, ਤੁਸੀਂ ਵੀ ਠੀਕ ਹੋ ਜਾਓਗੇ। ਫਿਰ ਅਸੀਂ ਤੁਹਾਡੇ ਟੈਸਟ ਕਰਾਂਗੇ, ਜਦੋਂ ਨੈਗੇਟਿਵ ਆਉਣਗੇ ਤਾਂ ਤੁਹਾਨੂੰ ਘਰ ਭੇਜ ਸਕਦੇ ਹਾਂ। ਤਾਂ ਇਸ ਲਈ ਵਾਰ-ਵਾਰ 2, 3, 4 ਘੰਟੇ ਵਿੱਚ ਉਹਨਾਂ ਦੇ ਕੋਲ ਜਾਂਦੇ ਹਾਂ, ਮਿਲਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ। ਉਹਨਾਂ ਨੂੰ ਸਹੂਲਤ ਹੁੰਦੀ ਹੈ ਪੂਰੇ ਦਿਨ ਵਿੱਚ, ਤਾਂ ਹੀ ਉਹਨਾਂ ਨੂੰ ਚੰਗਾ ਲੱਗਦਾ ਹੈ। ਉਹਨਾਂ ਦਾ ਆਤਮ ਵਿਸ਼ਵਾਸ ਬਣ ਜਾਂਦਾ ਹੈ। ਸ਼ੁਰੂ ਵਿੱਚ ਤਾਂ ਡਰ ਜਾਂਦੇ ਨੇ। ਸ਼ੁਰੂ ਵਿੱਚ ਤਾਂ ਡਰ ਜਾਂਦੇ ਨੇ, ਬਟ ਜਦੋਂ ਅਸੀਂ ਸਮਝਾਉਂਦੇ ਹਾਂ ਤਾਂ ਦੂਸਰੇ ਤੀਸਰੇ ਦਿਨ ਤੱਕ ਜਦੋਂ ਠੀਕ ਹੋਣ ਲੱਗਦੇ ਨੇ ਤਾਂ ਉਹਨਾਂ ਨੂੰ ਵੀ ਲੱਗਦਾ ਕਿ ਅਸੀਂ ਠੀਕ ਹੋ ਸਕਦੇ ਹਾਂ। ਲੇਕਿਨ ਸਾਰੇ ਡਾਕਟਰਾਂ ਨੂੰ ਲੱਗਦਾ ਹੈ ਕਿ ਜੀਵਨ ਦਾ ਸਭ ਤੋਂ ਵੱਡਾ ਸੇਵਾ ਦਾ ਕੰਮ ਉਹਨਾਂ ਦੇ ਜ਼ਿੰਮੇ ਆਇਆ ਹੈ। ਇਹ ਭਾਵ ਬਣਦਾ ਹੈ ਸਾਰਿਆਂ ਦਾ। ਹਾਂਜੀ, ਬਿਲਕੁਲ ਬਣਦਾ। ਅਸੀਂ ਆਪਣੀ ਟੀਮ ਨੂੰ ਬਿਲਕੁਲ ਉਤਸ਼ਾਹਿਤ ਕਰਕੇ ਰੱਖਦੇ ਹਾਂ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ, ਕੋਈ ਅਜਿਹੀ ਚੀਜ਼ ਨਹੀਂ ਹੈ। ਜੇ ਅਸੀਂ ਪੂਰੀ ਪ੍ਰੀਕਾਸ਼ਨ ਲਵਾਂਗੇ, ਮਰੀਜ਼ ਨੂੰ ਚੰਗੀ ਤਰ੍ਹਾਂ ਪ੍ਰੀਕਾਸ਼ਨ ਸਮਝਾਵਾਂਗੇ ਕਿ ਤੁਹਾਨੂੰ ਅਜਿਹਾ ਕਰਨਾ ਹੈ, ਤਾਂ ਸਭ ਚੀਜ਼ਾਂ ਠੀਕ ਰਹਿਣਗੀਆਂ। ਚਲੋ ਡਾਕਟਰ, ਤੁਹਾਡੇ ਇੱਥੇ ਤਾਂ ਭਾਰੀ ਗਿਣਤੀ ਵਿੱਚ ਪੇਸ਼ੈਂਟ ਵੀ ਆਉਂਦੇ ਨੇ ਅਤੇ ਤੁਸੀਂ ਬਿਲਕੁਲ ਜੀ ਜਾਨ ਨਾਲ ਲੱਗੇ ਹੋਏ ਹੋ। ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਾ। ਲੇਕਿਨ ਲੜਾਈ ਵਿੱਚ ਮੈਂ ਤੁਹਾਡੇ ਨਾਲ ਹਾਂ। ਲੜਾਈ ਲੜਦੇ ਰਹੋ। ਤੁਹਾਡਾ ਆਸ਼ੀਰਵਾਦ ਰਹੇ, ਇਹੀ ਅਸੀਂ ਚਾਹੁੰਦੇ ਹਾਂ। ਬਹੁਤ-ਬਹੁਤ ਸ਼ੁਭਕਾਮਨਾਵਾਂ ਭਾਈ। ਸਰ, ਥੈਂਕ ਯੂ। ਥੈਂਕ ਯੂ ਨਿਤੇਸ਼ ਜੀ, ਤੁਹਾਨੂੰ ਬਹੁਤ-ਬਹੁਤ ਸਾਧੂਵਾਦ। ਤੁਹਾਡੇ ਵਰਗੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਭਾਰਤ ਕੋਰੋਨਾ ਦੇ ਨਾਲ ਲੜਾਈ ਵਿੱਚ ਲਾਜ਼ਮੀ ਤੌਰ 'ਤੇ ਵਿਜਯੀ ਹੋਏਗਾ। ਮੇਰੀ ਤੁਹਾਨੂੰ ਅਪੀਲ ਹੈ ਕਿ ਤੁਸੀਂ ਆਪਣਾ ਧਿਆਨ ਰੱਖੋ, ਆਪਣੇ ਸਾਥੀਆਂ ਦਾ ਧਿਆਨ ਰੱਖੋ, ਆਪਣੇ ਪਰਿਵਾਰ ਦਾ ਧਿਆਨ ਰੱਖੋ। ਦੁਨੀਆ ਦਾ ਅਨੁਭਵ ਦੱਸਦਾ ਹੈ ਕਿ ਇਸ ਬਿਮਾਰੀ ਨਾਲ ਸੰਕਰਮਿਤ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਅਚਾਨਕ ਵਧੀ ਹੈ। ਅਚਾਨਕ ਹੋਣ ਵਾਲੇ ਇਸ ਵਾਧੇ ਦੀ ਵਜ੍ਹਾ ਨਾਲ ਵਿਦੇਸ਼ਾਂ ਵਿੱਚ ਅਸੀਂ ਚੰਗੇ ਤੋਂ ਚੰਗੇ ਸਿਹਤ ਪ੍ਰਬੰਧਾਂ ਨੂੰ
ਜਵਾਬ ਦਿੰਦੇ ਹੋਏ ਵੇਖਿਆ ਹੈ। ਭਾਰਤ ਵਿੱਚ ਅਜਿਹੀ ਸਥਿਤੀ ਨਾ ਆਵੇ, ਇਸ ਲਈ ਸਾਨੂੰ ਨਿਰੰਤਰ ਕੋਸ਼ਿਸ਼ਾਂ ਕਰਨੀਆਂ ਨੇ। ਇੱਕ ਹੋਰ ਡਾਕਟਰ ਸਾਡੇ ਨਾਲ ਜੁੜੇ ਨੇ ਪੁਣੇ ਤੋਂ, ਸ਼੍ਰੀਮਾਨ ਡਾਕਟਰ ਬੋਰਸੇ। ਨਮਸਤੇ ਡਾਕਟਰ। ਨਮਸਤੇ ਨਮਸਤੇ। ਨਮਸਤੇ। ਤੁਸੀਂ ਤਾਂ ਬਿਲਕੁਲ ਇੱਕ ਜਨ ਸੇਵਾ, ਪ੍ਰਭੂ ਸੇਵਾ ਦੇ ਮਿਜ਼ਾਜ ਨਾਲ ਕੰਮ ਵਿੱਚ ਲੱਗੇ ਹੋਏ ਹੋ। ਤਾਂ ਮੈਂ ਅੱਜ ਤੁਹਾਡੇ ਨਾਲ ਕੁਝ ਗੱਲਾਂ ਕਰਨਾ ਚਾਹੁੰਦਾ ਜੋ ਦੇਸ਼ ਵਾਸੀਆਂ ਦੇ ਲਈ ਤੁਹਾਡਾ ਸੰਦੇਸ਼ ਚਾਹੀਦਾ ਹੈ। ਇੱਕ ਤਾਂ ਅਨੇਕਾਂ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਕਦੋਂ ਡਾਕਟਰਾਂ ਦੇ ਨਾਲ ਸੰਪਰਕ ਕਰਨਾ ਅਤੇ ਕਦੋਂ ਉਸਨੇ ਕੋਰੋਨਾ ਦਾ ਟੈਸਟ ਕਰਾਉਣਾ ਹੈ। ਇੱਕ ਡਾਕਟਰ ਦੇ ਨਾਤੇ ਤੁਸੀਂ ਤਾਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਇਸ ਕੋਰੋਨਾ ਦੇ ਮਰੀਜ਼ਾਂ ਨੂੰ ਸਮਰਪਿਤ ਕਰ ਦਿੱਤਾ। ਤਾਂ ਤੁਹਾਡੀ ਗੱਲ ਵਿੱਚ ਬਹੁਤ ਤਾਕਤ ਹੈ। ਮੈਂ ਸੁਣਨਾ ਚਾਹੁੰਦਾ। ਸਰ ਜੀ, ਇੱਥੇ ਮੈਂ BJ ਮੈਡੀਕਲ ਕਾਲਜ ਪੁਣੇ ਵਿੱਚ ਪ੍ਰੋਫੈਸਰ ਹਾਂ ਅਤੇ ਸਾਡੇ ਪੁਣੇ ਮਿਊਨਿਸਪਲ ਕਾਰਪੋਰੇਸ਼ਨ ਹਸਪੀਟਲ ਹੈ, ਨਾਇਡੂ ਹਸਪਤਾਲ ਨਾਂ ਦਾ। ਉੱਥੇ ਜਨਵਰੀ 2020 ਤੋਂ ਇੱਕ ਸਕਰੀਨਿੰਗ ਸੈਂਟਰ ਚਾਲੂ ਹੋ ਗਿਆ। ਉੱਥੇ ਅੱਜ ਤੱਕ 16 ਕੋਵਿਡ-19 ਪੋਜ਼ੀਟਿਵ ਕੇਸਿਸ ਨਿਕਲੇ ਨੇ ਅਤੇ ਉਹ ਜਿਹੜੇ 16 ਕੋਵਿਡ-19 ਪੋਜ਼ੀਟਿਵ ਪੇਸ਼ੈਂਟਸ ਜੋ ਨਿਕਲੇ ਨੇ, ਉਹਨਾਂ ਵਿੱਚੋਂ ਅਸੀਂ ਟਰੀਟਮੈਂਟ ਦੇ ਕੇ ਉਹਨਾਂ ਨੂੰ ਕੁਆਰੰਟੀਨ ਕਰਕੇ, ਆਈਸੋਲੇਸ਼ਨ ਕਰਕੇ, ਟਰੀਟਮੈਂਟ ਦੇ ਕੇ 7 ਲੋਕਾਂ ਨੂੰ ਡਿਸਚਾਰਜ ਕਰ ਦਿੱਤਾ ਸਰ। ਅਤੇ ਜੋ ਹਾਲੇ ਬਾਕੀ 9 ਕੇਸਿਸ ਨੇ, ਦੇ ਆਰ ਆਲਸੋ ਵੈਰੀ ਸਟੇਬਲ ਐਂਡ ਦੇ ਆਰ ਆਲਸੋ ਡੂਇੰਗ ਵੈਲ। ਦਓ ਕਿ ਵਾਇਰਸ ਬਾਡੀ ਵਿੱਚ ਹੁੰਦੇ ਹੋਏ ਵੀ ਉਹ ਠੀਕ ਹੋ ਰਹੇ ਨੇ, ਉਹ ਕਰੋਨਾ ਵਾਇਰਸ ਤੋਂ ਬਾਹਰ ਆ ਰਹੇ ਨੇ ਅਤੇ ਹੁਣ ਇੱਥੇ ਜੋ ਦੇ ਆਰ ਗੈਟਿੰਗ ਵੈਲ, ਦੇ ਆਰ ਰਿਕਵਰਿੰਗ ਆਊਟ ਆਫ ਦੀ ਕੋਰੋਨਾ ਵਾਇਰਸ। ਇੱਥੇ ਜੋ ਸੈਂਪਲ ਸਾਈਜ਼ ਉਹ ਤਾਂ ਛੋਟਾ ਹੈ ਸਰ, 16 ਕੇਸਿਸ ਹੀ ਨੇ, ਲੇਕਿਨ ਇਸ ਤਰ੍ਹਾਂ ਮਾਲੂਮ ਹੋ ਰਿਹਾ ਕਿ ਯੰਗ ਪਾਪੂਲੇਸ਼ਨ ਵੀ ਇਫੈਕਟ ਹੋ ਰਹੀ ਹੈ ਅਤੇ ਯੰਗ ਪਾਪੂਲੇਸ਼ਨ ਇਫੈਕਟ ਹੁੰਦੇ ਹੋਏ ਵੀ ਡਿਜ਼ੀਜ਼ ਹੈ। ਉਹ ਜ਼ਿਆਦਾ ਸੀਰੀਅਸ ਡਿਜ਼ੀਜ਼ ਨਹੀਂ ਹੈ ਸਰ, ਉਹ ਮਾਈਲਡ ਡਿਜ਼ੀਜ਼ ਹੈ ਅਤੇ ਉਹ ਪੇਸ਼ੈਂਟ ਕਾਫੀ ਅੱਛੇ ਹੋ ਰਹੇ ਨੇ ਸਰ। ਅਤੇ ਅਜੇ ਜੋ 9 ਲੋਕ ਬਾਕੀ ਨੇ ਉੱਥੇ ਦੇ ਆਰ ਆਲਸੋ ਗੋਇੰਗ ਟੂ ਬੀ ਵੈਲ, ਦੇ ਆਰ ਨਾਟ ਗੋਇੰਗ ਟੂ ਡਿਟੀਰੀਓਏਟ। ਵੀ ਆਰ ਕੀਪਿੰਗ ਵਾਚ ਔਨ ਦੈਮ ਔਨ ਡੇਲੀ ਬੇਸਿਸ, ਲੇਕਿਨ ਦੇ ਆਰ ਆਲਸੋ ਗੋਇੰਗ ਟੂ ਬੀ ਵੈਲ ਇਨ ਕਰੰਟ 4-5 ਡੇਜ਼। ਜੋ ਲੋਕ ਸਾਡੇ ਇੱਥੇ ਸਸਪੈਕਟ ਕਰਕੇ ਆਉਂਦੇ ਨੇ, ਇੰਟਰਨੈਸ਼ਨਲ ਟਰੈਵਲਰਸ ਨੇ, ਕੰਟੈਕਟ ਵਿੱਚ ਆਏ ਨੇ, ਇਹੋ ਜਿਹੇ ਲੋਕਾਂ ਦਾ ਅਸੀਂ ਸਵੈਬ ਲੈ ਰਹੇ ਹਾਂ। ਇਹ ਜੋ ਓਰੋਫੈਰਿੰਜੀਅਲ ਸਵੈਬ ਲੈ ਰਹੇ ਹਾਂ, ਨੇਜ਼ਲ ਸਵੈਬ ਲੈ ਰਹੇ ਹਾਂ, ਅਤੇ ਨੇਜ਼ਲ ਸਵੈਬ ਦੀ ਰਿਪੋਰਟ ਆਉਣ ਤੋਂ ਬਾਅਦ ਜੇ ਪੋਜ਼ੀਟਿਵ ਨਿਕਲਿਆ ਤਾਂ ਅਸੀਂ ਪੋਜ਼ੀਟਿਵ ਵਾਰਡ ਵਿੱਚ ਐਡਮਿਟ ਕਰ ਰਹੇ ਹਾਂ, ਅਤੇ ਜੇ ਨੈਗੇਟਿਵ ਨਿਕਲਿਆ ਤਾਂ ਉਹਨਾਂ ਨੂੰ ਹੋਮ ਕੁਆਰੰਟੀਨ ਦਾ ਸੰਦੇਸ਼ ਦੇ ਕੇ, ਕਿਵੇਂ ਲੈਣਾ ਹੋਮ ਕੁਆਰੰਟੀਨ, ਕੀ ਕਰਨਾ ਹੋਮ ਜਾ ਕੇ, ਇਹ ਐਡਵਾਈਜ਼ ਕਰਕੇ ਅਸੀਂ ਉਹਨਾਂ ਨੂੰ ਘਰ ਭੇਜ ਰਹੇ ਹਾਂ। ਉਸ ਵਿੱਚ ਕੀ ਸਮਝਾਉਂਦੇ ਹੋ ਤੁਸੀਂ? ਘਰ ਵਿੱਚ ਰਹਿਣ ਲਈ ਕੀ ਕੀ ਸਮਝਾਉਂਦੇ ਹੋ, ਜ਼ਰਾ ਦੱਸੋ। ਇੱਕ ਤਾਂ ਘਰ ਵਿੱਚ ਰਹਿਣ, ਤਾਂ ਘਰ ਵਿੱਚ ਕੁਆਰੰਟੀਨ ਰੱਖਣ ਆਪਣੇ ਆਪ ਨੂੰ, 6 ਫੁੱਟ ਡਿਸਟੈਂਸ ਘੱਟ ਤੋਂ ਘੱਟ ਤਾਂ ਤੁਹਾਨੂੰ ਰੱਖਣਾ ਹੀ ਹੈ, ਇਹ ਪਹਿਲੀ ਗੱਲ। ਦੂਜੀ ਗੱਲ, ਉਹਨਾਂ ਨੇ ਮਾਸਕ ਯੂਜ਼ ਕਰਨਾ ਅਤੇ ਵਾਰ-ਵਾਰ ਹੱਥ ਸਾਫ਼ ਕਰਨੇ ਨੇ। ਜੇ ਉਹਨਾਂ ਕੋਲ ਸੈਨੀਟਾਈਜੇਸ਼ਨ ਨਹੀਂ ਹੈ ਤਾਂ ਫਿਰ ਆਪਣੇ ਸਾਦਾ ਸਿੰਪਲ ਸਾਬਣ ਨਾਲ ਅਤੇ ਪਾਣੀ ਨਾਲ ਹੱਥ ਸਾਫ਼ ਕਰਨੇ ਨੇ, ਉਹ ਵੀ ਵਾਰ-ਵਾਰ ਕਰਨੇ ਨੇ। ਅਤੇ ਜਦੋਂ ਤੁਹਾਨੂੰ ਖਾਂਸੀ ਆਏਗੀ, ਛਿੱਕਾਂ ਆਉਣਗੀਆਂ, ਤਾਂ ਸਾਦਾ ਰੁਮਾਲ ਲਗਾ ਕੇ ਉਸ ਦੇ ਉੱਪਰ ਖਾਂਸੀ ਕਰਨੀ ਹੈ, ਸੋ ਦੈਟ ਉਹ ਜੋ ਡਰੋਪਲੈਟਸ ਨੇ, ਉਹ ਡਰੋਪਲੈਟਸ ਜ਼ਿਆਦਾ ਦੂਰ ਤੱਕ ਨਾ ਜਾਣ ਅਤੇ ਜ਼ਮੀਨ 'ਤੇ ਨਾ ਡਿੱਗਣ। ਅਤੇ ਜ਼ਮੀਨ 'ਤੇ ਨਾ ਡਿੱਗਣ ਦੀ ਵਜ੍ਹਾ ਨਾਲ ਜ਼ਿਆਦਾ ਹੱਥ ਲੱਗ ਜਾਂਦਾ ਹੈ ਅਤੇ ਕਿਸੇ ਨੂੰ ਫੈਲਣਾ ਪੋਸੀਬਲ ਨਹੀਂ ਹੋਏਗਾ। ਇਹ ਸਮਝਾ ਰਹੇ ਹਾਂ ਸਰ। ਦੂਸਰੀ ਗੱਲ ਸਮਝਾ ਰਹੇ ਹਾਂ ਕਿ ਦੇ ਆਰ ਸਪੋਜ਼ ਟੂ ਬੀ ਦੇਅਰ ਐਜ਼ ਅ ਹੋਮ ਕੁਆਰੰਟੀਨ, ਦੇ ਆਰ ਨਾਟ ਸਪੋਜ਼ ਟੂ ਗੋ ਆਊਟ ਆਫ ਦੀ ਹੋਮ। ਹੁਣ ਤਾਂ ਲੋਕਡਾਊਨ ਹੋ ਗਿਆ। In fact, during this particular situation, they are supposed to be locked down, but they are supposed to be home quarantine also properly for minimum 14 days. ਇਹਦੇ ਲਈ ਕੁਆਰੰਟੀਨ ਅਸੀਂ ਉਹਨਾਂ ਨੂੰ ਸੂਚਿਤ ਕਰ ਰਹੇ ਹਾਂ, ਸੰਦੇਸ਼ ਦੇ ਰਹੇ ਹਾਂ ਸਰ। ਡਾਕਟਰ, ਤੁਸੀਂ ਤਾਂ ਬਹੁਤ ਚੰਗੀ ਸੇਵਾ ਕਰ ਰਹੇ ਹੋ ਅਤੇ ਸਮਰਪਣ ਭਾਵ ਨਾਲ ਕਰ ਰਹੇ ਹੋ। ਤੁਹਾਡੀ ਪੂਰੀ ਟੀਮ ਲੱਗੀ ਹੋਈ ਹੈ। ਮੈਨੂੰ ਯਕੀਨ ਹੈ ਕਿ ਸਾਡੇ ਜਿੰਨੇ ਵੀ ਪੇਸ਼ੈਂਟਸ ਆਏ ਨੇ, ਸਾਰੇ ਸਿਹਤਯਾਬ ਹੋ ਕੇ ਆਪਣੇ ਘਰ ਜਾਣਗੇ ਅਤੇ ਦੇਸ਼ ਵਿੱਚ ਵੀ ਅਸੀਂ ਇਸ ਲੜਾਈ ਵਿੱਚ ਜਿੱਤ ਹਾਸਿਲ ਕਰਾਂਗੇ, ਤੁਹਾਡੇ ਸਾਰੇ ਲੋਕਾਂ ਦੀ ਮਦਦ ਨਾਲ। ਸਰ, ਸਾਨੂੰ ਯਕੀਨ ਹੈ ਕਿ ਅਸੀਂ ਜਿੱਤਾਂਗੇ, ਇਹ ਲੜਾਈ ਜਿੱਤ ਜਾਵਾਂਗੇ। ਬਹੁਤ ਬਹੁਤ ਸ਼ੁਭ ਕਾਮਨਾਵਾਂ ਡਾਕਟਰ ਤੁਹਾਨੂੰ। ਧੰਨਵਾਦ ਡਾਕਟਰ। ਥੈਂਕ ਯੂ ਸਰ। ਸਾਥੀਓ, ਸਾਡੇ ਤਮਾਮ ਸਾਥੀ ਸਾਨੂੰ ਪੂਰੇ ਦੇਸ਼ ਨੂੰ ਇਸ ਸੰਕਟ ਤੋਂ ਬਾਹਰ ਕੱਢਣ ਵਿੱਚ ਜੁਟੇ ਹੋਏ ਨੇ।
ਇਹ ਜੋ ਗੱਲਾਂ ਸਾਨੂੰ ਦੱਸਦੇ ਨੇ, ਅਸੀਂ ਉਹਨਾਂ ਨੂੰ ਸੁਣਨਾ ਹੀ ਨਹੀਂ ਹੈ, ਬਲਕਿ ਆਪਣੇ ਜੀਵਨ ਵਿੱਚ ਉਤਾਰਨਾ ਵੀ ਹੈ। ਅੱਜ ਜਦ ਮੈਂ ਡਾਕਟਰਾਂ ਦਾ ਤਿਆਗ, ਤਪੱਸਿਆ, ਸਮਰਪਣ ਵੇਖ ਰਿਹਾ ਤੇ ਮੈਨੂੰ ਆਚਾਰਿਆ ਚਰਕ ਦੀ ਕਹੀ ਹੋਈ ਗੱਲ ਯਾਦ ਆਉਂਦੀ ਹੈ। ਆਚਾਰਿਆ ਚਰਕ ਨੇ ਡਾਕਟਰਾਂ ਦੇ ਲਈ ਬਹੁਤ ਸਟੀਕ ਗੱਲ ਕਹੀ ਹੈ ਤੇ ਅੱਜ ਉਹ ਅਸੀਂ ਆਪਣੇ ਡਾਕਟਰਾਂ ਦੇ ਜੀਵਨ ਵਿੱਚ ਦੇਖ ਰਹੇ ਹਾਂ। ਆਚਾਰਿਆ ਚਰਕ ਨੇ ਕਿਹਾ ਹੈ ਕਿ ਨਾ ਆਤਮਾਰਥਮ ਨਾ ਅਪਕਮਾਰਥਮ ਅਤ ਭੂਤ ਦਇਆ ਪ੍ਰਤੀ ਵਰਤਤੇ ਯਤ ਚਿਕਿਤਸਾਯਮ ਸਸਰਵਮ ਇਤੀ ਵਰਤਤੇ। ਯਾਨੀ ਧਨ ਤੇ ਕਿਸੇ ਖਾਸ ਕਾਮਨਾ ਨੂੰ ਲੈ ਕੇ ਨਹੀਂ, ਬਲਕਿ ਮਰੀਜ਼ ਦੀ ਸੇਵਾ ਦੇ ਲਈ ਦਇਆ ਭਾਵ ਰੱਖ ਕੇ ਕੰਮ ਕਰਦਾ ਹੈ, ਉਹ ਸਭ ਤੋਂ ਉੱਤਮ ਚਿਕਿਤਸਕ ਹੁੰਦਾ ਹੈ। ਸਾਥੀਓ, ਇਨਸਾਨੀਅਤ ਨਾਲ ਭਰੀ ਹੋਈ ਹਰ ਨਰਸ ਨੂੰ ਅੱਜ ਮੈਂ ਨਮਨ ਕਰਦਾ। ਤੁਸੀਂ ਸਾਰੇ ਜਿਸ ਸੇਵਾ ਭਾਵ ਨਾਲ ਕਾਰਜ ਕਰਦੇ ਹੋ, ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਇਹ ਵੀ ਇੱਕ ਸੰਜੋਗ ਹੀ ਹੈ ਕਿ ਇਸ ਸਾਲ ਯਾਨੀ 2020 ਨੂੰ ਪੂਰਾ ਸੰਸਾਰ ਇੰਟਰਨੈਸ਼ਨਲ ਈਅਰ ਆਫ ਦ ਨਰਸ ਐਂਡ ਮਿਡਵਾਈਫ ਦੇ ਤੌਰ 'ਤੇ ਮਨਾ ਰਿਹਾ ਹੈ। ਇਹਦਾ ਸੰਬੰਧ 200 ਸਾਲ ਪਹਿਲਾਂ ਸਾਲ 1820 ਵਿੱਚ ਜਨਮ ਲੈਣ ਵਾਲੀ ਫਲੋਰੈਂਸ ਨਾਈਟੈਂਗਲ ਨਾਲ ਜੁੜਿਆ ਹੈ, ਜਿਸ ਨੇ ਮਾਨਵ ਸੇਵਾ ਨੂੰ, ਨਰਸਿੰਗ ਨੂੰ ਇੱਕ ਨਵੀਂ ਪਛਾਣ ਦਿੱਤੀ, ਇੱਕ ਨਵੀਂ ਉਚਾਈ 'ਤੇ ਪਹੁੰਚਾਇਆ। ਦੁਨੀਆ ਦੀ ਹਰ ਨਰਸ ਦੇ ਸੇਵਾ ਭਾਵ ਨੂੰ ਸਮਰਪਿਤ ਇਹ ਸਾਲ ਨਿਸ਼ਚਿਤ ਤੌਰ 'ਤੇ ਪੂਰੇ ਨਰਸਿੰਗ ਕੁਨਬੇ ਦੇ ਲਈ ਬਹੁਤ ਵੱਡੀ ਪ੍ਰੀਖਿਆ ਦੀ ਘੜੀ ਬਣ ਕੇ ਆਇਆ ਹੈ। ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਸਾਰੇ ਇਸ ਇਮਤਿਹਾਨ ਵਿੱਚੋਂ ਨਾ ਸਿਰਫ ਸਫਲ ਹੋਵੋਗੇ, ਬਲਕਿ ਅਨੇਕਾਂ ਜੀਵਨ ਵੀ ਬਚਾਓਗੇ। ਤੁਹਾਡੇ ਵਰਗੇ ਸਾਥੀਆਂ ਦੇ ਹੌਸਲੇ ਅਤੇ ਜਜ਼ਬੇ ਦੇ ਕਾਰਨ ਹੀ ਇੰਨੀ ਵੱਡੀ ਲੜਾਈ ਅਸੀਂ ਲੜ ਪਏ ਹਾਂ। ਤੁਹਾਡੇ ਵਰਗੇ ਸਾਥੀ, ਚਾਹੇ ਉਹ ਡਾਕਟਰ ਹੋਣ, ਨਰਸ ਹੋਵੇ, ਪੈਰਾਮੈਡੀਕਲ, ਆਸ਼ਾ, ਏਐਨਐਮ ਵਰਕਰ, ਸਫਾਈ ਕਰਮਚਾਰੀ ਹੋਣ, ਤੁਹਾਡੀ ਸਿਹਤ ਦੀ ਵੀ ਦੇਸ਼ ਨੂੰ ਬਹੁਤ ਚਿੰਤਾ ਹੈ। ਇਸੇ ਨੂੰ ਦੇਖਦੇ ਹੋਏ ਅਜਿਹੇ ਕਰੀਬ 20 ਲੱਖ ਸਾਥੀਆਂ ਦੇ ਲਈ 50 ਲੱਖ ਰੁਪਏ ਤੱਕ ਦੇ ਸਿਹਤ ਬੀਮੇ ਦੀ ਘੋਸ਼ਣਾ ਸਰਕਾਰ ਨੇ ਕੀਤੀ ਹੈ, ਤਾਂ ਕਿ ਤੁਸੀਂ ਇਸ ਲੜਾਈ ਵਿੱਚ ਹੋਰ ਜ਼ਿਆਦਾ ਆਤਮ ਵਿਸ਼ਵਾਸ ਦੇ ਨਾਲ ਦੇਸ਼ ਦੀ ਅਗਵਾਈ ਕਰ ਸਕੋ। ਮੇਰੇ ਪਿਆਰੇ ਦੇਸ਼ਵਾਸੀਓ, ਕੋਰੋਨਾ ਵਾਇਰਸ ਦੇ ਖਿਲਾਫ ਇਸ ਜੰਗ ਵਿੱਚ ਸਾਡੇ ਆਸ-ਪਾਸ ਅਜਿਹੇ ਅਨੇਕਾਂ ਲੋਕ ਨੇ ਜੋ ਸਮਾਜ ਦੇ ਰੀਅਲ ਹੀਰੋ ਨੇ ਤੇ ਇਸ ਪਰਿਸਥਿਤੀ ਵਿੱਚ ਵੀ ਸਭ ਤੋਂ ਅੱਗੇ ਖੜ੍ਹੇ ਨੇ। ਮੈਨੂੰ ਨਰਿੰਦਰ ਮੋਦੀ ਐਪ ਉੱਤੇ, ਨਮੋ ਐਪ ਉੱਤੇ ਬੰਗਲੁਰੂ ਦੇ ਨਿਰੰਜਨ ਸੁਧਾਕਰ ਹਿਬਾਲੇ ਜੀ ਨੇ ਲਿਖਿਆ ਹੈ ਕਿ ਅਜਿਹੇ ਲੋਕ ਡੇਲੀ ਲਾਈਫ ਹੀਰੋਜ਼ ਨੇ। ਇਹ ਗੱਲ ਸਹੀ ਵੀ ਹੈ। ਇਹ ਜੋ ਲੋਕ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਆਸਾਨੀ ਨਾਲ ਚੱਲਦੀ ਰਹਿੰਦੀ ਹੈ। ਤੁਸੀਂ ਕਲਪਨਾ ਕਰੋ ਕਿ ਇੱਕ ਦਿਨ ਤੁਹਾਡੇ ਘਰਾਂ ਵਿੱਚ ਨਲਕੇ 'ਤੇ ਆਉਣ ਵਾਲਾ ਪਾਣੀ ਬੰਦ ਹੋ ਜਾਏ, ਜਾਂ ਫਿਰ ਤੁਹਾਡੇ ਘਰ ਦੀ ਬਿਜਲੀ ਅਚਾਨਕ ਕੱਟੀ ਜਾਵੇ। ਉਸ ਵੇਲੇ ਇਹ ਡੇਲੀ ਲਾਈਫ ਹੀਰੋਜ਼ ਹੀ ਹੁੰਦੇ ਨੇ ਜੋ ਸਾਡੀਆਂ ਦਿੱਕਤਾਂ ਨੂੰ ਦੂਰ ਕਰਦੇ ਨੇ। ਜ਼ਰਾ ਤੁਸੀਂ ਆਪਣੇ ਗੁਆਂਢ ਵਿੱਚ ਮੌਜੂਦ ਛੋਟੀ ਪ੍ਰਚੂਨ ਦੀ ਦੁਕਾਨ ਦੇ ਬਾਰੇ ਸੋਚੋ। ਅੱਜ ਦੇ ਇਸ ਔਖੇ ਸਮੇਂ ਵਿੱਚ ਉਹ ਦੁਕਾਨਦਾਰ ਵੀ ਜੋਖਿਮ ਉਠਾ ਰਿਹਾ ਹੈ। ਆਖਿਰ ਕਿਸ ਲਈ? ਇਸ ਲਈ ਹੀ ਨਾ ਕਿ ਤੁਹਾਨੂੰ ਜ਼ਰੂਰਤ ਦਾ ਸਮਾਨ ਮਿਲਣ ਵਿੱਚ ਕੋਈ ਮੁਸ਼ਕਿਲ ਨਾ ਹੋਵੇ। ਠੀਕ ਉਸੇ ਤਰ੍ਹਾਂ ਉਹਨਾਂ ਡਰਾਈਵਰਜ਼, ਉਹਨਾਂ ਵਰਕਰਜ਼ ਦੇ ਬਾਰੇ ਸੋਚੀਏ ਜੋ ਬਿਨਾਂ ਰੁਕੇ ਆਪਣੇ ਕੰਮ ਵਿੱਚ ਡਟੇ ਹੋਏ ਨੇ, ਤਾਂ ਕਿ ਦੇਸ਼ ਭਰ ਵਿੱਚ ਜ਼ਰੂਰੀ ਵਸਤਾਂ ਦੀ ਸਪਲਾਈ ਚੇਨ ਵਿੱਚ ਕੋਈ ਰੁਕਾਵਟ ਨਾ ਆਵੇ। ਤੁਸੀਂ ਵੇਖਿਆ ਹੋਵੇਗਾ ਕਿ ਬੈਂਕਿੰਗ ਸੇਵਾਵਾਂ ਨੂੰ ਸਰਕਾਰ ਨੇ ਚਾਲੂ ਰੱਖਿਆ ਹੈ ਤੇ ਬੈਂਕਿੰਗ ਖੇਤਰ ਵਿੱਚ ਸਾਡੇ ਲੋਕ ਪੂਰੀ ਲਗਨ ਨਾਲ, ਪੂਰੇ ਮਨ ਨਾਲ ਇਸ ਲੜਾਈ ਦੀ ਅਗਵਾਈ ਕਰਦੇ ਹੋਏ ਬੈਂਕਾਂ ਨੂੰ ਸੰਭਾਲਦੇ ਨੇ, ਤੁਹਾਡੀ ਸੇਵਾ ਵਿੱਚ ਮੌਜੂਦ ਨੇ। ਅੱਜ ਦੇ ਸਮੇਂ ਇਹ ਸੇਵਾ ਛੋਟੀ ਨਹੀਂ ਹੈ। ਉਹਨਾਂ ਬੈਂਕ ਦੇ ਲੋਕਾਂ ਦਾ ਵੀ ਅਸੀਂ ਜਿੰਨਾ ਧੰਨਵਾਦ ਕਰੀਏ ਓਨਾ ਘੱਟ ਹੈ। ਵੱਡੀ ਸੰਖਿਆ ਵਿੱਚ ਸਾਡੇ ਸਾਥੀ ਈ-ਕਾਮਰਸ ਨਾਲ ਜੁੜੀਆਂ ਕੰਪਨੀਆਂ ਵਿੱਚ ਡਿਲੀਵਰੀ ਪਰਸਨ ਦੇ ਰੂਪ ਵਿੱਚ ਕੰਮ ਕਰ ਰਹੇ ਨੇ। ਇਹ ਲੋਕ ਇਸ ਕਠਿਨ ਦੌਰ ਵਿੱਚ ਵੀ ਗ੍ਰੋਸਰੀਜ਼ ਦੀ ਡਿਲੀਵਰੀ ਦੇਣ ਵਿੱਚ ਲੱਗੇ ਹੋਏ ਨੇ। ਜ਼ਰਾ ਸੋਚੋ ਕਿ ਤੁਸੀਂ ਲਾਕਡਾਊਨ ਦੇ ਸਮੇਂ ਵਿੱਚ ਜੋ ਟੀਵੀ ਦੇਖ ਪਾ ਰਹੇ ਹੋ, ਘਰ ਵਿੱਚ ਰਹਿੰਦੇ ਹੋਏ ਜਿਸ ਫੋਨ ਤੇ ਇੰਟਰਨੈਟ ਦਾ ਇਸਤੇਮਾਲ ਕਰ ਰਹੇ ਹੋ, ਉਹਨਾਂ ਨੂੰ ਸਾਰਿਆਂ ਨੂੰ ਸੁਚਾਰੂ ਰੱਖਣ ਦੇ ਲਈ ਕੋਈ ਨਾ ਕੋਈ ਆਪਣੀ ਜ਼ਿੰਦਗੀ ਖਪਾ ਰਿਹਾ ਹੈ। ਇਸ ਦੌਰਾਨ ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਜੋ ਡਿਜੀਟਲ ਪੇਮੈਂਟ ਆਸਾਨੀ ਨਾਲ ਕਰ ਰਹੇ ਨੇ, ਉਸ ਦੇ ਪਿੱਛੇ ਵੀ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ। ਲਾਕਡਾਊਨ ਵਿੱਚ ਉਹੀ ਉਹ ਲੋਕ ਨੇ ਜਿਨ੍ਹਾਂ ਨੇ ਦੇਸ਼ ਦੇ ਕੰਮਕਾਜ ਨੂੰ ਸੰਭਾਲਿਆ ਹੈ। ਅੱਜ ਸਾਰੇ ਦੇਸ਼ਵਾਸੀਆਂ ਵੱਲੋਂ ਮੈਂ ਉਹਨਾਂ ਸਾਰੇ ਲੋਕਾਂ ਦੇ ਪ੍ਰਤੀ ਆਭਾਰ ਪ੍ਰਗਟ ਕਰਦਾ ਤੇ ਉਹਨਾਂ ਨੂੰ ਅਨੁਰੋਧ ਕਰਦਾ ਕਿ ਉਹ ਆਪਣੇ ਲਈ ਵੀ ਹਰ ਤਰ੍ਹਾਂ ਦੇ ਸੇਫਟੀ ਪ੍ਰੀਕਾਸ਼ਨਜ਼ ਲੈਣ, ਆਪਣਾ ਵੀ ਧਿਆਨ ਰੱਖਣ, ਆਪਣੇ ਪਰਿਵਾਰਕ ਮੈਂਬਰਾਂ ਦਾ ਵੀ ਧਿਆਨ ਰੱਖਣ। ਮੇਰੇ ਪਿਆਰੇ ਦੇਸ਼ਵਾਸੀਓ,
ਮੈਨੂੰ ਕੁਝ ਅਜਿਹੀਆਂ ਘਟਨਾਵਾਂ ਦਾ ਪਤਾ ਲੱਗਾ ਹੈ ਜਿਨ੍ਹਾਂ ਵਿੱਚ ਕੋਰੋਨਾ ਵਾਇਰਸ ਦੇ ਸ਼ੱਕੀ ਜਾਂ ਫਿਰ ਜਿਨ੍ਹਾਂ ਨੂੰ ਹੋਮ ਕੁਆਰੰਟਾਈਨ ਵਿੱਚ ਰਹਿਣ ਲਈ ਕਿਹਾ ਗਿਆ ਹੈ, ਉਹਨਾਂ ਨਾਲ ਕੁਝ ਲੋਕਾਂ ਨੇ ਬੁਰਾ ਵਰਤਾਅ ਕੀਤਾ ਹੈ। ਅਜਿਹੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਇਹ ਬਹੁਤ ਮੰਦਭਾਗੀ ਗੱਲ ਹੈ। ਸਾਨੂੰ ਇਹ ਸਮਝਣਾ ਪਏਗਾ ਕਿ ਮੌਜੂਦਾ ਹਾਲਾਤ ਵਿੱਚ ਅਸੀਂ ਇੱਕ ਦੂਜੇ ਤੋਂ ਸਿਰਫ ਸੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਹੈ, ਨਾ ਕਿ ਇਮੋਸ਼ਨਲ ਜਾਂ ਹਿਊਮਨ ਡਿਸਟੈਂਸ। ਅਜਿਹੇ ਲੋਕ ਕੋਈ ਅਪਰਾਧੀ ਨਹੀਂ, ਸਗੋਂ ਵਾਇਰਸ ਦੇ ਸੰਭਾਵਿਤ ਪੀੜਤ ਮਾਤਰ ਨੇ। ਇਨ੍ਹਾਂ ਲੋਕਾਂ ਨੂੰ ਦੂਜਿਆਂ ਨੂੰ ਸੰਕਰਮਣ ਤੋਂ ਬਚਾਉਣ ਲਈ ਖੁਦ ਨੂੰ ਅਲੱਗ ਕੀਤਾ ਹੈ ਅਤੇ ਕੁਆਰੰਟਾਈਨ ਵਿੱਚ ਰਹਿ ਰਹੇ ਨੇ। ਕਈ ਜਗ੍ਹਾ 'ਤੇ ਲੋਕਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਗੰਭੀਰਤਾ ਨਾਲ ਲਿਆ ਹੈ, ਇੱਥੋਂ ਤੱਕ ਕਿ ਵਾਇਰਸ ਦੇ ਕੋਈ ਲੱਛਣ ਨਾ ਦਿਖਣ 'ਤੇ ਵੀ ਉਹਨਾਂ ਨੇ ਖੁਦ ਨੂੰ ਕੁਆਰੰਟਾਈਨ ਕੀਤਾ। ਅਜਿਹਾ ਉਹਨਾਂ ਨੇ ਇਸ ਲਈ ਕੀਤਾ ਕਿਉਂਕਿ ਉਹ ਵਿਦੇਸ਼ ਤੋਂ ਵਾਪਸ ਆਏ ਨੇ ਅਤੇ ਦੋਹਰੀ ਸਾਵਧਾਨੀ ਵਰਤ ਰਹੇ ਨੇ। ਉਹ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਨੇ ਕਿ ਕਿਸੇ ਵੀ ਸੂਰਤ ਵਿੱਚ ਕੋਈ ਦੂਸਰਾ ਵਿਅਕਤੀ ਇਸ ਵਾਇਰਸ ਨਾਲ ਸੰਕ੍ਰਮਿਤ ਨਾ ਹੋ ਜਾਏ। ਇਸ ਲਈ ਜਦੋਂ ਲੋਕ ਖੁਦ ਇੰਨੀ ਜ਼ਿੰਮੇਵਾਰੀ ਦਿਖਾ ਰਹੇ ਨੇ, ਤੇ ਉਹਨਾਂ ਦੇ ਨਾਲ ਖਰਾਬ ਵਿਵਹਾਰ ਕਰਨਾ ਕਿਸੇ ਪੱਖੋਂ ਵੀ ਜਾਇਜ਼ ਨਹੀਂ ਹੈ, ਸਗੋਂ ਉਹਨਾਂ ਦੇ ਨਾਲ ਚੰਗੀ ਭਾਵਨਾ ਨਾਲ ਸਹਿਯੋਗ ਕਰਨ ਦੀ ਲੋੜ ਹੈ। ਕੋਰੋਨਾ ਵਾਇਰਸ ਨਾਲ ਲੜਨ ਦਾ ਸਭ ਤੋਂ ਕਾਰਗਰ ਤਰੀਕਾ ਸੋਸ਼ਲ ਡਿਸਟੈਂਸਿੰਗ ਹੈ, ਪਰ ਸਾਨੂੰ ਇਹ ਸਮਝਣਾ ਹੋਏਗਾ ਕਿ ਸੋਸ਼ਲ ਡਿਸਟੈਂਸਿੰਗ ਦਾ ਮਤਲਬ ਸੋਸ਼ਲ ਇੰਟਰੈਕਸ਼ਨ ਨੂੰ ਖਤਮ ਕਰਨਾ ਨਹੀਂ ਹੈ। ਅਸਲ ਵਿੱਚ ਇਹ ਸਮਾਂ ਆਪਣੇ ਸਾਰੇ ਪੁਰਾਣੇ ਸਮਾਜਿਕ ਰਿਸ਼ਤਿਆਂ ਵਿੱਚ ਨਵੀਂ ਜਾਨ ਫੂਕਣ ਦਾ ਹੈ, ਉਹਨਾਂ ਰਿਸ਼ਤਿਆਂ ਨੂੰ ਤਰੋਤਾਜ਼ਾ ਕਰਨ ਦਾ ਹੈ। ਇੱਕ ਪ੍ਰਕਾਰ ਨਾਲ ਇਹ ਸਮਾਂ ਸਾਨੂੰ ਦੱਸਦਾ ਹੈ ਕਿ ਸੋਸ਼ਲ ਡਿਸਟੈਂਸਿੰਗ ਵਧਾਓ ਅਤੇ ਇਮੋਸ਼ਨਲ ਡਿਸਟੈਂਸ ਘਟਾਓ। ਮੈਂ ਫਿਰ ਕਹਿੰਦਾ ਕਿ ਸੋਸ਼ਲ ਡਿਸਟੈਂਸਿੰਗ ਵਧਾਓ, ਇਮੋਸ਼ਨਲ ਡਿਸਟੈਂਸ ਘਟਾਓ। ਅਤੇ ਕੋਟਾ ਤੋਂ ਯਸ਼ਵਰਧਨ ਨੇ ਨਰਿੰਦਰ ਮੋਦੀ ਐਪ 'ਤੇ ਲਿਖਿਆ ਹੈ ਕਿ ਉਹ ਲਾਕਡਾਊਨ ਵਿੱਚ ਫੈਮਿਲੀ ਬਾਉਂਡਿੰਗ ਨੂੰ ਮਜ਼ਬੂਤ ਕਰ ਰਹੇ ਨੇ। ਬੱਚਿਆਂ ਦੇ ਨਾਲ ਬੋਰਡ ਗੇਮਸ ਅਤੇ ਕ੍ਰਿਕਟ ਖੇਡ ਰਹੇ ਨੇ, ਕਿਚਨ ਵਿੱਚ ਨਵੀਆਂ-ਨਵੀਆਂ ਡਿਸ਼ਜ਼ ਬਣਾ ਰਹੇ ਨੇ। ਜਬਲਪੁਰ ਦੀ ਨਿਰੂਪਮਾ ਹਰਸ਼ੀਆ ਜੀ ਨਰਿੰਦਰ ਮੋਦੀ ਐਪ 'ਤੇ ਲਿਖਦੇ ਨੇ ਕਿ ਉਹਨਾਂ ਨੂੰ ਪਹਿਲੀ ਵਾਰ ਰਜਾਈ ਬਣਾਉਣ ਦੇ ਆਪਣੇ ਸ਼ੌਕ ਨੂੰ ਪੂਰਾ ਕਰਨ ਦਾ ਮੌਕਾ ਮਿਲਿਆ। ਇਹੀ ਨਹੀਂ, ਉਹ ਇਸ ਦੇ ਨਾਲ ਹੀ ਬਾਗਬਾਨੀ ਦਾ ਸ਼ੌਕ ਵੀ ਪੂਰਾ ਕਰ ਰਹੀ ਹੈ। ਉੱਥੇ ਹੀ ਰਾਏਪੁਰ ਦੇ ਪਰੀਕਸ਼ਿਤ, ਗੁਰੂਗ੍ਰਾਮ ਦੇ ਆਰਿਆਮਨ ਅਤੇ ਝਾਰਖੰਡ ਦੇ ਸੂਰਜ ਜੀ ਦਾ ਪੋਸਟ ਪੜ੍ਹਨ ਨੂੰ ਮਿਲਿਆ, ਜਿਸ ਵਿੱਚ ਉਹਨਾਂ ਨੇ ਆਪਣੇ ਸਕੂਲ ਦੇ ਦੋਸਤਾਂ ਦੀ ਰੀਯੂਨੀਅਨ ਕਰਨ ਦੀ ਚਰਚਾ ਕੀਤੀ। ਉਹਨਾਂ ਦਾ ਇਹ ਆਈਡੀਆ ਕਾਫੀ ਰੋਚਕ ਹੈ। ਹੋ ਸਕਦਾ ਹੈ ਕਿ ਤੁਹਾਨੂੰ ਵੀ ਦਹਾਕਿਆਂ ਤੋਂ ਆਪਣੇ ਸਕੂਲ ਕਾਲਜ ਦੇ ਦੋਸਤਾਂ ਨਾਲ ਗੱਲਬਾਤ ਕਰਨ ਦਾ ਮੌਕਾ ਨਾ ਮਿਲਿਆ ਹੋਵੇ। ਤੁਸੀਂ ਵੀ ਇਸ ਆਈਡੀਆ ਨੂੰ ਅਜ਼ਮਾ ਕੇ ਵੇਖੋ। ਭੁਵਨੇਸ਼ਵਰ ਦੇ ਪ੍ਰਤਿਊਸ਼ ਅਤੇ ਕੋਲਕਾਤਾ ਦੀ ਵਸੂਧਾ ਨੇ ਦੱਸਿਆ ਹੈ ਕਿ ਉਹ ਅੱਜਕੱਲ੍ਹ ਉਹਨਾਂ ਕਿਤਾਬਾਂ ਨੂੰ ਪੜ੍ਹ ਰਹੇ ਨੇ ਜਿਨ੍ਹਾਂ ਨੂੰ ਉਹ ਹੁਣ ਤੱਕ ਪੜ੍ਹ ਨਹੀਂ ਸੀ ਪਾਏ। ਸੋਸ਼ਲ ਮੀਡੀਆ ਵਿੱਚ ਵੀ ਮੈਂ ਦੇਖਿਆ ਹੈ ਕਿ ਕੁਝ ਲੋਕਾਂ ਨੇ ਵਰ੍ਹਿਆਂ ਤੋਂ ਘਰਾਂ 'ਚ ਪਏ ਤਬਲਾ, ਵੀਣਾ ਵਰਗੇ ਮਿਊਜ਼ੀਕਲ ਇੰਸਟਰੂਮੈਂਟ ਨੂੰ ਕੱਢ ਕੇ ਰਿਆਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਤੁਸੀਂ ਵੀ ਅਜਿਹਾ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਸੰਗੀਤ ਦਾ ਆਨੰਦ ਤਾਂ ਆਏਗਾ ਹੀ, ਪੁਰਾਣੀਆਂ ਯਾਦਾਂ ਵੀ ਤਾਜ਼ਾ ਹੋ ਜਾਣਗੀਆਂ। ਯਾਨੀ ਮੁਸ਼ਕਿਲ ਦੀ ਇਸ ਘੜੀ ਵਿੱਚ ਤੁਹਾਨੂੰ ਮੁਸ਼ਕਿਲ ਨਾਲ ਅਜਿਹਾ ਪਲ ਮਿਲਿਆ ਹੈ, ਜਿਸ ਵਿੱਚ ਤੁਹਾਨੂੰ ਨਾ ਕੇਵਲ ਆਪਣੇ ਆਪ ਨਾਲ ਜੁੜਨ ਦਾ ਮੌਕਾ ਮਿਲੇਗਾ, ਸਗੋਂ ਤੁਸੀਂ ਆਪਣੇ ਪੈਸ਼ਨ ਦੇ ਨਾਲ ਵੀ ਜੁੜ ਪਾਓਗੇ। ਤੁਹਾਨੂੰ ਆਪਣੇ ਪੁਰਾਣੇ ਦੋਸਤਾਂ ਅਤੇ ਪਰਿਵਾਰ ਦੇ ਨਾਲ ਜੁੜਨ ਦਾ ਵੀ ਪੂਰਾ ਮੌਕਾ ਮਿਲੇਗਾ। ਨਮੋ ਐਪ 'ਤੇ ਮੈਨੂੰ ਰੁੜਕੀ ਦੇ ਸ਼ਸ਼ੀ ਜੀ ਨੇ ਪੁੱਛਿਆ ਹੈ ਕਿ ਲਾਕਡਾਊਨ ਦੇ ਸਮੇਂ ਵਿੱਚ ਮੈਂ ਆਪਣੀ ਫਿਟਨੈਸ ਲਈ ਕੀ ਕਰਦਾ, ਇਨ੍ਹਾਂ ਪਰਿਸਥਿਤੀਆਂ ਵਿੱਚ ਨਰਾਤਿਆਂ ਦਾ ਵਰਤ ਕਿੱਦਾਂ ਰੱਖਦਾ। ਮੈਂ ਇੱਕ ਵਾਰ ਹੋਰ ਤੁਹਾਨੂੰ ਦੱਸ ਦਿੰਦਾ ਕਿ ਮੈਂ ਤੁਹਾਨੂੰ ਬਾਹਰ ਨਿਕਲਣ ਤੋਂ ਮਨ੍ਹਾ ਕੀਤਾ ਹੈ, ਪਰ ਤੁਹਾਨੂੰ ਆਪਣੇ ਅੰਦਰ ਝਾਕਣ ਦਾ ਵੀ ਅਵਸਰ ਦਿੱਤਾ ਹੈ। ਇਹੀ ਮੌਕਾ ਹੈ। ਬਾਹਰ ਨਾ ਨਿਕਲੋ, ਪਰ ਆਪਣੇ ਅੰਦਰ ਪ੍ਰਵੇਸ਼ ਕਰੋ, ਆਪਣੇ ਆਪ ਨੂੰ ਜਾਣਨ ਦਾ ਯਤਨ ਕਰੋ। ਜਿੱਥੋਂ ਤੱਕ ਨਰਾਤਿਆਂ ਦੇ ਵਰਤ ਦੀ ਗੱਲ ਹੈ, ਇਹ ਮੇਰੀ ਭਗਤੀ ਅਤੇ ਸ਼ਕਤੀ ਦੇ ਵਿਚਕਾਰ ਦਾ ਵਿਸ਼ਾ ਹੈ। ਜਿੱਥੋਂ ਤੱਕ ਫਿਟਨੈਸ ਦੀ ਗੱਲ ਹੈ, ਮੈਨੂੰ ਲੱਗਦਾ ਹੈ ਕਿ ਗੱਲ ਲੰਬੀ ਹੋ ਜਾਏਗੀ, ਤਾਂ ਮੈਂ ਇੱਦਾਂ ਕਰਦਾ ਕਿ ਮੈਂ ਸੋਸ਼ਲ ਮੀਡੀਆ ਵਿੱਚ ਮੈਂ ਕੀ ਕਰਦਾ, ਉਸ ਵਿਸ਼ੇ ਦੇ ਬਾਰੇ 'ਚ ਕੁਝ ਵੀਡੀਓਜ਼ ਅਪਲੋਡ ਕਰਾਂਗਾ। ਨਰਿੰਦਰ ਮੋਦੀ ਐਪ 'ਤੇ ਜਾ ਕੇ ਤੁਸੀਂ ਜ਼ਰੂਰ ਉਹ ਵੀਡੀਓ ਦੇਖੋਗੇ ਜੋ ਮੈਂ ਕਰਦਾ। ਉਹਨਾਂ ਵਿੱਚੋਂ ਕੁਝ ਗੱਲਾਂ ਕੁਝ ਤੁਹਾਡੇ ਕੰਮ ਆ ਜਾਣ, ਪਰ ਇੱਕ ਗੱਲ ਸਮਝ ਲਓ ਕਿ ਮੈਂ ਫਿਟਨੈਸ ਐਕਸਪਰਟ ਨਹੀਂ ਹਾਂ ਅਤੇ ਨਾ ਹੀ ਮੈਂ ਯੋਗਾ ਟੀਚਰ ਹਾਂ। ਮੈਂ ਸਿਰਫ ਪ੍ਰੈਕਟੀਸ਼ਨਰ ਹਾਂ। ਹਾਂ, ਇਹ ਜ਼ਰੂਰ ਮੰਨਦਾ ਕਿ ਯੋਗ ਦੇ ਕੁਝ ਆਸਣਾਂ ਨਾਲ ਮੈਨੂੰ ਲਾਭ ਹੋਇਆ ਹੈ। ਲਾਕਡਾਊਨ ਦੇ ਦੌਰਾਨ ਤੁਹਾਨੂੰ ਵੀ ਹੋ ਸਕਦਾ ਹੈ ਇਹ ਗੱਲਾਂ ਕੁਝ ਕੰਮ ਆ ਜਾਣ। ਸਾਥੀਓ, ਕੋਰੋਨਾ ਦੇ ਖਿਲਾਫ ਯੁੱਧ ਅਭੂਤਪੂਰਵ ਵੀ ਹੈ ਅਤੇ ਚੁਣੌਤੀਪੂਰਨ ਵੀ।
ਇਸ ਸਮੇਂ ਦੌਰਾਨ ਲਏ ਜਾਣ ਵਾਲੇ ਫੈਸਲੇ ਵੀ ਅਜਿਹੇ ਨੇ ਜੋ ਦੁਨੀਆ ਦੇ ਇਤਿਹਾਸ ਵਿੱਚ ਕਦੇ ਦੇਖਣ ਤੇ ਸੁਣਨ ਨੂੰ ਨਹੀਂ ਮਿਲੇ। ਕੋਰੋਨਾ ਨੂੰ ਰੋਕਣ ਦੇ ਲਈ ਜੋ ਤਮਾਮ ਕਦਮ ਭਾਰਤ ਵਾਸੀਆਂ ਨੇ ਉਠਾਏ ਨੇ, ਜੋ ਯਤਨ ਹੁਣ ਅਸੀਂ ਕਰ ਰਹੇ ਹਾਂ, ਉਹੀ ਭਾਰਤ ਨੂੰ ਕੋਰੋਨਾ ਮਹਾਮਾਰੀ 'ਤੇ ਜਿੱਤ ਦਿਵਾਉਣਗੇ। ਇੱਕ ਭਾਰਤੀ ਦਾ ਸੰਜਮ ਤੇ ਸੰਕਲਪ ਵੀ ਸਾਨੂੰ ਮੁਸ਼ਕਿਲ ਸਥਿਤੀ ਵਿੱਚੋਂ ਬਾਹਰ ਕੱਢੇਗਾ। ਨਾਲ-ਨਾਲ ਗਰੀਬਾਂ ਦੇ ਪ੍ਰਤੀ ਸਾਡੀਆਂ ਸੰਵੇਦਨਾਵਾਂ ਹੋਰ ਜ਼ਿਆਦਾ ਤੀਬਰ ਹੋਣੀਆਂ ਚਾਹੀਦੀਆਂ ਨੇ। ਸਾਡੀ ਮਾਨਵਤਾ ਦਾ ਵਾਸ ਇਸ ਗੱਲ ਵਿੱਚ ਹੈ ਕਿ ਕਿਤੇ ਵੀ ਕੋਈ ਗਰੀਬ, ਦੁਖੀ, ਭੁੱਖਾ ਨਜ਼ਰ ਆਉਂਦਾ ਹੈ ਤਾਂ ਇਸ ਸੰਕਟ ਦੀ ਘੜੀ ਵਿੱਚ ਅਸੀਂ ਪਹਿਲਾਂ ਉਸ ਦਾ ਪੇਟ ਭਰਾਂਗੇ, ਉਸ ਦੀ ਜ਼ਰੂਰਤ ਦੀ ਚਿੰਤਾ ਕਰਾਂਗੇ ਅਤੇ ਇਹ ਹਿੰਦੁਸਤਾਨ ਕਰ ਸਕਦਾ ਹੈ। ਇਹ ਸਾਡੇ ਸੰਸਕਾਰ ਨੇ, ਇਹ ਸਾਡੀ ਸੰਸਕ੍ਰਿਤੀ ਹੈ। ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਹਰ ਭਾਰਤੀ ਆਪਣੇ ਜੀਵਨ ਦੀ ਰੱਖਿਆ ਦੇ ਲਈ ਘਰਾਂ ਵਿੱਚ ਬੰਦ ਹੈ, ਪਰ ਆਉਣ ਵਾਲੇ ਸਮੇਂ ਵਿੱਚ ਇਹੀ ਹਿੰਦੁਸਤਾਨੀ ਆਪਣੇ ਦੇਸ਼ ਦੇ ਵਿਕਾਸ ਲਈ ਸਾਰੀਆਂ ਦੀਵਾਰਾਂ ਤੋੜ ਕੇ ਅੱਗੇ ਨਿਕਲੇਗਾ, ਦੇਸ਼ ਨੂੰ ਅੱਗੇ ਲਿਜਾਏਗਾ। ਤੁਸੀਂ ਆਪਣੇ ਪਰਿਵਾਰ ਦੇ ਨਾਲ ਘਰ ਵਿੱਚ ਰਹੋ, ਸੁਰੱਖਿਅਤ ਤੇ ਸਾਵਧਾਨ ਰਹੋ। ਅਸੀਂ ਇਹ ਜੰਗ ਜਿੱਤਣੀ ਹੈ, ਜ਼ਰੂਰ ਜਿੱਤਾਂਗੇ। ਬਹੁਤ-ਬਹੁਤ ਧੰਨਵਾਦ। ਮਨ ਕੀ ਬਾਤ ਦੇ ਲਈ ਫਿਰ ਅਗਲੇ ਮਹੀਨੇ ਮਿਲਾਂਗੇ। ਉਦੋਂ ਤੱਕ ਇਸ ਸੰਕਟ ਨੂੰ ਹਰਾਉਣ ਵਿੱਚ ਅਸੀਂ ਸਫਲ ਵੀ ਹੋ ਜਾਈਏ। ਇਸੇ ਇੱਕ ਕਲਪਨਾ ਦੇ ਨਾਲ, ਇਸੇ ਇੱਕ ਸ਼ੁਭ ਕਾਮਨਾ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਧੰਨਵਾਦ।